ਵਾਹਿਗੁਰੂ ਸਾਹਿਬ ਜੀ। ਕਰੋ ਬੇਨੰਤੀ ਸੁਨੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੋਹਿਲਾ। ਔਦ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਇਹੋ ਸੰਸਾਰ ਬਿਕਾਰ ਸੰਸੈ ਮਹਿ, ਤਰਿਓ ਬ੍ਰਹਮ ਗਿਆਨੀ। ਜਿਸ ਹੈ ਜਗਾਵੈ ਪਿਆਵੈ ਇਹੋ ਰਸ, ਆਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਜੇ, ਬਹੁਰ ਨ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਨਾਨਕ ਦਾਸ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਲਾ ਪਹਿਲਾ, ਮਿਲ ਮਾਤ ਪਿਤਾ ਪਿੰਡ ਕਮਾਇਆ। ਤਿਨ ਕਰਤੇ ਲੇਖ ਲਿਖਾਇਆ, ਲਿਖ ਦਾਤ ਜੋਤ ਵਡਿਆਈ। ਮਿਲ ਮਾਇਆ ਸੁਰਤ ਗਵਾਈ, ਮੂਰਖ ਮਨ ਕਾਹੇ ਕਰਸੈ ਮਾਣਾ। ਉੱਠ ਚਲਣਾ ਖਸਮੈ ਭਾਣਾ, ਮਿਲ ਮਾਤ ਪਿਤਾ ਪਿੰਡ ਕਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਤਖਤ ਸਿੰਘਾਸਨ ਦੇ ਮਾਲਕ ਸਤਿਗੁਰੂ ਗਰੀਬ ਨਵਾਜ
ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰੂ ਕਿਰਪਾ ਕਰਕੇ ਅੰਮ੍ਰਿਤ ਵੇਲੇ ਸਤ ਸੰਗਤ ਦਾ ਇਹ ਸਮਾਂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ। ਆਪ ਸੰਗਤ ਨੇ ਮਹਾਰਾਜ ਦੇ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਸ੍ਰੀ ਆਸਾ ਦੀ ਵਾਰ ਸਰਵਨ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਇਸ ਵੇਲੇ ਸਤਿਗੁਰੂ ਜੀ ਲੜੀਵਾਰ ਕਥਾ ਦੇ ਅੰਦਰ ਸਾਨੂੰ ਨਿਹਾਲ ਕਰ ਰਹੇ ਨੇ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਲਾ ਪਹਿਲਾ। ਮਾਰੂ ਰਾਗ ਦਾ ਇਹ ਸ਼ਬਦ ਹੈ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਜਿਸ ਵੇਲੇ ਸੁਲਤਾਨਪੁਰ ਦੀ ਧਰਤੀ 'ਤੇ ਬਿਰਾਜ ਕੇ ਮੋਦੀਖਾਨੇ ਦਾ ਕਾਰ ਕਰਦੇ ਸਨ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਹੱਟ 'ਤੇ ਜਿਹੜਾ ਵੀ ਆਉਂਦਾ ਹੈ, ਕੋਈ 1 ਪੈਸਾ ਕੋਈ 2 ਪੈਸੇ ਵੀ ਦਿੰਦਾ ਹੈ ਅਤੇ ਮਹਾਰਾਜ ਭਰ ਭਰ ਕੇ ਛਾਬੇ ਪਦਾਰਥਾਂ ਦੇ ਤਕੜੀ ਦੇ ਵਿੱਚ 13 ਕਹਿ ਕੇ ਤੋਲ ਕੇ ਮਹਾਰਾਜ ਸਾਰਿਆਂ ਦੀਆਂ ਦਾਤਾਂ ਝੋਲੀਆਂ ਭਰ ਦਿੰਦੇ। ਜਿਹਦੇ ਕੋਲ ਮਾਇਆ ਨਹੀਂ ਵੀ ਹੈ, ਜੇ ਉਹ ਵੀ ਕੋਈ ਲੋੜਵੰਦ ਆ ਜਾਂਦਾ ਮਹਾਰਾਜ ਜੀਆਂ ਦੇ ਕੋਲ, ਜੇਵੜ ਆਪ ਤੇਵੜ ਤੇਰੀ ਦਾਤ, ਐਸੀਆਂ ਦਾਤਾਂ ਨਾਲ ਮਹਾਰਾਜ ਨਵਾਜਦੇ ਪਏ। ਕੁਝ ਈਰਖਾ ਕਰਨ ਵਾਲੇ ਲੋਕਾਂ ਨੇ ਜਾ ਕੇ ਨਵਾਬ ਦੌਲਤ ਖਾਨ ਦੇ ਕੋਲ ਸ਼ਿਕਾਇਤ ਕੀਤੀ ਹੈ ਕਿ ਨਵਾਬ ਜੀ ਜੋ ਤੁਹਾਡਾ ਮੋਦੀ ਹੈ ਨਾਨਕ, ਉਹ ਹੱਟ ਦੇ ਵਿੱਚੋਂ ਸਾਰਾ ਸਮਾਨ ਲੁਟਾਈ ਜਾ ਰਿਹਾ ਹੈ। ਜਦੋਂ ਤੁਸੀਂ ਬਾਅਦ ਵਿੱਚ ਹਿਸਾਬ ਕਰੋਗੇ ਬੜਾ ਵੱਡਾ ਘਾਟਾ ਪੈ ਜਾਣਾ। ਇਸ ਮੋਦੀ ਨੇ ਦੌੜ ਜਾਣਾ ਹੈ, ਇਹ ਤੁਹਾਡਾ ਘਾਟਾ ਕੌਣ ਪੂਰਾ ਕਰੇਗਾ। ਜਦੋਂ ਕੁਝ ਈਰਖਾ ਕਰਨ ਵਾਲੇ ਲੋਕਾਂ ਨੇ ਇਸ ਤਰ੍ਹਾਂ ਨਵਾਬ ਦੇ ਕੋਲ ਸ਼ਿਕਾਇਤਾਂ ਕੀਤੀਆਂ, ਉਸ ਵੇਲੇ ਨਵਾਬ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਸੁਨੇਹਾ ਭੇਜਿਆ ਕਿ ਆਓ ਪਿਛਲਾ ਹਿਸਾਬ ਕਿਤਾਬ ਪਹਿਲਾਂ ਕਰ ਲਈਏ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੌਲਤ ਖਾਨ ਦੀ ਕਚਹਿਰੀ ਜਿੱਥੇ ਬੈਠਦਾ ਉੱਥੇ ਪਹੁੰਚੇ। ਇਸ ਨੇ ਆਪਣੇ ਮੁਨਸ਼ੀ ਬਿਠਾ ਦਿੱਤੇ, ਲਓ ਵੀ ਗੁਰੂ ਨਾਨਕ ਸਾਹਿਬ ਤੋਂ ਹਿਸਾਬ ਲਓ, ਕਿੰਨਾ ਰਾਸ਼ਨ ਆਇਆ ਹੈ, ਕਿੰਨਾ ਵੰਡਿਆ ਹੈ। ਜਦੋਂ ਮੁਨਸ਼ੀਆਂ ਨੇ ਹਿਸਾਬ ਕਿਤਾਬ ਕਰਨ ਵਾਲੇ, ਲੇਖਾ ਕਰਨ ਵਾਲੇ ਨੇ ਲੇਖਾ ਕੀਤਾ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਆਂ ਦੇ 735 ਰੁਪਈਏ ਜਿਹੜੇ ਸਾਨੂੰ ਨਵਾਬ ਦੇ ਵੱਲ ਵੱਧ ਨਿਕਲ ਆਏ। ਜਿਹੜੇ ਲੇਖਾ ਕਰਨ ਵਾਲੇ ਮੁਨਸ਼ੀ ਸਨ ਬੜੇ ਹੈਰਾਨ ਹੋਏ ਕਿ ਅਸੀਂ ਤੇ ਦਿਨੇ ਰਾਤ ਵੇਖਦੇ ਹਾਂ, ਇਹ ਤੇ ਮੋਦੀਖਾਨਾ ਲੁਟਾਈ ਜਾਂਦੇ, ਸਾਰਿਆਂ ਨੂੰ ਭਰ ਭਰ ਕੇ ਦਈ ਜਾਂਦੇ ਸਮਾਨ ਤਕੜੀ ਦੇ ਛਾਬਿਆਂ ਦੇ ਨਾਲ। ਹਿਸਾਬ ਕਿਤਾਬ ਦੇ ਵਿੱਚ ਇਹ ਕਿਵੇਂ ਇੰਨਾ ਫਰਕ ਪੈ ਗਿਆ, 735 ਕਿਵੇਂ ਵੱਧ ਗਏ ਇਹਨਾਂ ਦੇ। ਦੂਜੀ ਵਾਰੀ ਹਿਸਾਬ ਕੀਤਾ ਹੈ, ਤੀਜੀ ਵਾਰੀ ਹਿਸਾਬ ਕੀਤਾ ਹੈ। ਜਿਵੇਂ ਜਿਵੇਂ ਹਿਸਾਬ ਕਰਦੇ ਮਾਇਆ ਉਨੀ ਹੀ ਬਣਦੀ ਹੈ। ਉਸ ਵੇਲੇ ਦੌਲਤ ਨਵਾਬ ਖਾਨ ਨੂੰ ਪਤਾ ਲੱਗਾ ਕਿਸੇ ਨੇ ਝੂਠੀ ਸ਼ਿਕਾਇਤ ਕੀਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਨਵਾਬ ਜੀ ਹੁਣ ਅਸੀਂ ਨੌਕਰੀ ਨਹੀਂ ਕਰਨੀ ਹੈ, ਅਸੀਂ ਅੱਜ ਤੋਂ ਇਹ ਮੋਦੀਖਾਨੇ ਦੀ ਨੌਕਰੀ ਛੱਡਦੇ ਹਾਂ। ਨਵਾਬ ਕਹਿਣ ਲੱਗਾ, ਮਹਾਰਾਜ ਤੁਹਾਡੇ 735 ਰੁਪਈਏ ਬਚਦੇ, ਆਪ ਜੀ ਲੈ ਜਾਓ। ਮਹਾਰਾਜ ਕਹਿਣ ਲੱਗੇ, ਨਹੀਂ, ਇਹ ਮਾਇਆ ਵੀ ਸਾਨੂੰ ਨਹੀਂ ਚਾਹੀਦੀ ਹੈ। ਜਿਹੜੇ ਗਰੀਬ ਗੁਰਬੇ ਲੋੜਵੰਦ ਲੋਕ ਨੇ, ਭਿਖਾਰੀ ਨੇ, ਮੰਗਤੇ ਨੇ, ਇਹ ਸਾਡੀ ਮਾਇਆ ਉਹਦੇ ਵਿੱਚ ਵੰਡ ਦਿੱਤੀ ਜਾਵੇ, ਇਸ ਮਾਇਆ ਨੂੰ ਅਸੀਂ ਨਹੀਂ ਲੈਣਾ ਹੈ। ਇੰਨਾ ਬਚਨ ਕਹਿ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਨਵਾਬ ਦੇ ਘਰ ਤੋਂ ਚੱਲ ਕੇ ਜਿੱਥੇ ਗੁਰਦੁਆਰਾ ਸੰਤ ਘਾਟ ਬਣਿਆ ਹੈ, ਜਿਨ੍ਹਾਂ ਸੰਗਤਾਂ ਨੇ ਸੁਲਤਾਨਪੁਰ ਦੇ ਦਰਸ਼ਨ ਕੀਤੇ ਹੋਣ, ਇੱਥੇ ਕੁਝ ਬੀਆਬਾਨ ਉਜਾੜ ਇਲਾਕਾ ਹੈ, ਇਸ ਪਾਸੇ ਮੜੀਆਂ ਬਣੀਆਂ ਹੋਈਆਂ। ਸਤਿਗੁਰੂ ਜੀ ਉਹਨਾਂ ਮੜੀਆਂ ਦੇ ਵਿੱਚ ਜਾ ਕੇ ਬੈਠ ਗਏ, ਪਰਮਾਤਮਾ ਦੀ ਭਗਤੀ ਸਿਮਰਨ ਵਿੱਚ ਜਾ ਕੇ ਜੁਟ ਗਏ।
ਇੰਨੇ ਚਿਰ ਨੂੰ ਭਾਈ ਮਰਦਾਨਾ ਜੀ ਨਨਕਾਣਾ ਸਾਹਿਬ ਤੋਂ ਰਾਏ ਭੋਏ ਦੀ ਤਲਵੰਡੀ ਤੋਂ ਚੱਲ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਜਦੋਂ ਸ਼ਮਸ਼ਾਨ ਦੇ ਅੰਦਰ ਪਹੁੰਚੇ ਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਆਖਿਆ, ਕਹਿਣ ਲੱਗੇ, ਭਾਈ ਮਰਦਾਨਾ ਜੀ ਜਾਓ, ਜਾ ਕੇ ਰਬਾਬ ਲੈ ਕੇ ਆਓ, ਆਪਾਂ ਰਬਾਬ ਨਾਲ ਕੀਰਤਨ ਕਰਿਆ ਕਰਾਂਗੇ। ਉਸ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਮਾਇਆ ਕੋਲ ਨਹੀਂ ਹੈ, ਰਬਾਬ ਕਿਵੇਂ ਲੈ ਆਈਏ? ਕਹਿਣ ਲੱਗੇ, ਜਾਓ ਸਾਡੀ ਵੱਡੀ ਬੇਬੇ ਨੂੰ ਜਾ ਕੇ ਬੇਬੇ ਨਾਨਕੀ ਜੀ ਦੇ ਕੋਲੋਂ ਜਿੰਨੀ ਮਾਇਆ ਚਾਹੀਦੀ ਹੈ ਉਨੀ ਲੈ ਲਵੋ। ਮਾਇਆ ਲਈ ਹੈ ਭਾਈ ਮਰਦਾਨਾ ਜੀ ਨੇ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਆਖਿਆ, ਦੋ ਦਰਿਆਵਾਂ ਦੇ ਵਿੱਚ ਇੱਕ ਨਗਰ ਹੈ, ਇੱਕ ਸਤਲੁਜ ਦਰਿਆ ਹੈ, ਇੱਕ ਬਿਆਸ ਦਰਿਆ ਹੈ। ਉਹਦੇ ਵਿੱਚ ਇੱਕ ਨਗਰ ਹੈ, ਉੱਥੇ ਭਾਈ ਫਰੰਦਾ ਨਾਮ ਦਾ ਇੱਕ ਵਿਅਕਤੀ ਹੈ। ਭਾਈ ਫਰੰਦੇ ਦੇ ਕੋਲੋਂ ਜਾ ਕੇ ਰਬਾਬ ਖਰੀਦ ਕੇ ਲਿਆਓ। ਗੁਰਮੁਖੋ ਇਸ ਨਗਰ ਦਾ ਨਾਮ ਅੱਜ ਭੈਰੋਆਣਾ ਹੈ। ਮੇਰੇ ਪਿੰਡ ਤੋਂ ਥੋੜ੍ਹੀ ਦੂਰ 'ਤੇ 4-5 ਕਿਲੋਮੀਟਰ ਦੀ ਦੂਰੀ 'ਤੇ ਇਹ ਨਗਰ ਬਣਿਆ ਹੈ, ਜਿੱਥੇ ਮਹਾਰਾਜ ਸਾਹਿਬ ਜੀਆਂ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਹੈ। ਰਬਾਬ ਲੈ ਕੇ ਆਏ। ਮਹਾਰਾਜ ਮੈਨੂੰ ਤੇ ਰਬਾਬ ਫੜਨੀ ਨਹੀਂ ਆਉਂਦੀ ਹੈ, ਵਜਾਉਣੀ ਮੈਂ ਕਿਵੇਂ ਸਿੱਖ ਸਕਦਾ ਹਾਂ? ਉਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਿਆ ਸਤ ਕਰਤਾਰ ਕਹਿ, ਸਾਰੀ ਰਾਗ ਵਿਦਿਆ ਤੈਨੂੰ ਆਪਣੇ ਆਪ ਹੀ ਪ੍ਰਾਪਤ ਹੋ ਜਾਏਗੀ। ਗੁਰੂ ਨਾਨਕ ਦੇਵ ਪਾਤਸ਼ਾਹ ਦਾ ਬਚਨ ਮੰਨ ਕੇ ਭਾਈ ਮਰਦਾਨਾ ਜੀ ਜਦੋਂ ਰਬਾਬ 'ਤੇ ਹੱਥ ਰੱਖ ਕੇ ਸਤ ਕਰਤਾਰ ਆਖਿਆ, ਜਿੰਨੀ ਦੁਨੀਆ ਦੀ ਤਮਾਮ ਵਿਦਿਆ ਹੈ, ਰਾਗ ਵਿਦਿਆ, ਸਾਰੀ ਦੀ ਸਾਰੀ ਭਾਈ ਮਰਦਾਨਾ ਜੀ ਨੂੰ ਉਸੇ ਵੇਲੇ ਮਹਾਰਾਜ ਨੇ ਸਫੁਰ ਕਰ ਦਿੱਤੀ ਹੈ। ਭਾਈ ਮਰਦਾਨਾ ਜੀ ਕਿਤੋਂ ਇਹ ਵਿਦਿਆ ਸਿੱਖ ਕੇ ਨਹੀਂ ਆਏ, ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਬਚਨਾਂ ਦੇ ਨਾਲ ਇਹ ਵਿਦਿਆ ਭਾਈ ਮਰਦਾਨਾ ਜੀ ਨੂੰ ਪ੍ਰਾਪਤ ਹੋਈ ਹੈ। ਤਾਨਸੈਨ ਨਾਮ ਦਾ ਇੱਕ ਗਵਈਆ ਹੋਇਆ, ਬਾਦਸ਼ਾਹ ਅਕਬਰ ਦੇ ਦਰਬਾਰ ਦੇ ਵਿੱਚ ਬੜਾ ਵੱਡਾ ਇਸ ਨੂੰ ਕਲਾਕਾਰ ਮੰਨਿਆ ਹੈ, ਬਹੁਤ ਇਸ ਦੀ ਪ੍ਰਸਿੱਧੀ ਹੈ। ਇਸ ਤਾਨਸੈਨ ਨਾਮ ਦਾ ਜਿਹੜਾ ਗਵਈਆ ਹੈ, ਰਾਗ ਪੜ੍ਹਨ ਵਾਲਾ, ਇਹ ਭਾਈ ਮਰਦਾਨਾ ਜੀ ਦਾ ਜਿਹੜਾ ਸੇਵਕ ਹੈ, ਜਿਹੜਾ ਸ਼ਾਗਿਰਦ ਹੈ, ਭਾਈ ਮਰਦਾਨਾ ਜੀ ਦੇ ਸ਼ਾਗਿਰਦ ਤੋਂ ਇਸ ਤਾਨਸੈਨ ਨੇ ਵਿਦਿਆ ਜਿਹੜੀ ਅੱਗੇ ਤੀਜੇ ਥਾਂ 'ਤੇ ਚੌਥੇ ਥਾਂ 'ਤੇ ਪ੍ਰਾਪਤ ਕੀਤੀ ਹੈ। ਫਿਰ ਆਪਾਂ ਹਿਸਾਬ ਲਾ ਲਈਏ, ਭਾਈ ਮਰਦਾਨਾ ਜੀ ਦੇ ਕੋਲ ਕਿੰਨੀ ਭਾਰੀ ਵਿਦਿਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਖਸ਼ੀ ਹੈ। ਜਦੋਂ ਇਸ ਤਰ੍ਹਾਂ ਦੇ ਕੌਤਕ ਮਹਾਰਾਜ ਕਰਦੇ ਪਏ, ਮਾਤਾ ਸੁਲੱਖਣੀ ਜੀਆਂ ਨੇ ਉਸ ਵੇਲੇ ਸੁਨੇਹਾ ਭੇਜਿਆ ਬਟਾਲੇ ਆਪਣੇ ਪੇਕੇ ਨਗਰ ਆਪਣੀ ਮਾਤਾ ਨੂੰ। ਸਤਿਗੁਰਾਂ ਦੀ ਸੱਸ ਦਾ ਨਾਮ ਬੀਬੀ ਚੰਦੋ ਰਾਣੀ ਹੈ। ਸੋ ਉਸ ਵੇਲੇ ਮਹਾਰਾਜ ਦੇ ਸਹੁਰਾ ਸਾਹਿਬ ਜੀ ਦਾ ਨਾਮ ਮੂਲ ਚੰਦ ਹੈ। ਮੂਲ ਚੰਦ ਖੱਤਰੀ ਸੀ, ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਹੁਰਾ ਲੱਗਦੇ, ਅਤੇ ਇਸੇ ਤਰ੍ਹਾਂ ਬੀਬੀ ਚੰਦੋ ਰਾਣੀ ਮਹਾਰਾਜ ਦੀ ਸੱਸ ਲੱਗਦੀ ਹੈ। ਇਹਨਾਂ ਨੂੰ ਸੁਨੇਹਾ ਭੇਜਿਆ ਵੀ ਮਹਾਰਾਜ ਸਾਹਿਬ 'ਤੇ ਸਾਰਾ ਕੁਝ ਹੀ ਲੁਟਾ ਦਿੱਤਾ ਹੈ। ਅਤੇ ਉਸ ਵੇਲੇ ਦੋਨੇ ਜਾਣੇ ਚੱਲ ਕੇ ਸੁਲਤਾਨਪੁਰ ਆਏ। ਬੇਬੇ ਨਾਨਕੀ ਦੇ ਘਰ ਵਿੱਚ ਮਹਾਰਾਜ ਬੈਠੇ ਸਨ। ਉਸ ਵੇਲੇ ਇਤਿਹਾਸ ਵਿੱਚ ਬਚਨ ਆਉਂਦਾ, ਚੰਦੋ ਰਾਣੀ ਕੜਕੀ ਫੇਰ। ਭਾਈ ਸੰਤੋਖ ਸਿੰਘ ਨੇ ਬਚਨ ਲਿਖਿਆ, ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਬੜੇ ਗੁੱਸੇ ਹੋਈ ਮਹਾਰਾਜ ਜੀਆਂ ਦੀ ਸੱਸ, ਬੜਾ ਕੜਕ ਕੜਕ ਕੇ ਗੁੱਸੇ ਦੇ ਬੋਲ ਇਸ ਨੇ ਬੋਲੇ। ਕਹਿਣ ਲੱਗੀ, ਜੇ ਫਕੀਰ ਹੀ ਬੰਨਾ ਹੈ, ਜੇ ਸਾਧੂ ਹੀ ਬੰਨਾ ਹੈ, ਤੇ ਫਿਰ ਵਿਆਹ ਕਿਉਂ ਕਰਵਾਇਆ ਹੈ? ਫਿਰ ਬੱਚੇ ਕਿਉਂ ਪੈਦਾ ਕੀਤੇ? ਫਿਰ ਗ੍ਰਸਤੀਆਂ ਵਾਲੀ ਜਿਹੜੀ ਚਾਲ ਉਸ ਨੂੰ ਕਿਉਂ ਚੱਲਿਆ ਹੈ? ਐਸੇ ਬਚਨ ਉਸ ਵੇਲੇ ਆਖੇ। ਕਹਿਣ ਲੱਗੇ, ਤੁਸੀਂ ਇਸ ਘਰ ਨੂੰ ਕਿਉਂ ਛੱਡ ਕੇ ਜਾਣਾ ਚਾਹੁੰਦੇ ਹੋ? ਘਰ ਵਿੱਚ ਕਿਉਂ ਨਹੀਂ ਰਹਿੰਦੇ? ਘਰ ਦੇ ਸੁੱਖ ਕਿਉਂ ਨਹੀਂ ਲੈਂਦੇ ਹੋ? ਐਸੇ ਬਚਨ ਜਦੋਂ ਮਹਾਰਾਜ ਦੀ ਸੱਸ ਨੇ ਆਖੇ, ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਹ ਸ਼ਬਦ ਜਿਹੜਾ ਆਪਾਂ ਸਰਵਨ ਕਰਨ ਜਾ ਰਹੇ ਹਾਂ, ਇਹ ਆਪਣੀ ਸੱਸ ਬੀਬੀ ਚੰਦੋ ਰਾਣੀ, ਸਹੁਰਾ ਮੂਲ ਚੰਦ ਖੱਤਰੀ, ਉਹਨਾਂ ਨੂੰ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰਦੇ। ਰਹਾਉ ਦੀਆਂ ਪੰਕਤੀਆਂ ਦੇ ਅੰਦਰ ਮਹਾਰਾਜ ਸਾਹਿਬ ਜੀ ਆਪਾਂ ਇਸ ਸ਼ਬਦ ਨੂੰ ਸ਼ੁਰੂ ਕਰਕੇ ਅਤੇ ਇਸ ਦੀ ਜਿਹੜੀ ਵਿਆਖਿਆ ਹੈ ਉਹ ਸਰਵਨ ਕਰਦੇ ਹਾਂ। ਮੂਰਖ ਮਨ ਕਾਹੇ ਕਰਸੈ ਮਾਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਮੂਰਖ ਮਨਾ ਕਿਸ ਗੱਲ ਦਾ ਮਾਣ ਕਰਦਾ ਹੈ? ਚੰਦੋ ਰਾਣੀ ਬੀਬੀ ਨੇ ਆਖਿਆ ਨਾ, ਮਹਾਰਾਜ ਕਿੰਨਾ ਸੋਹਣਾ ਘਰ ਬਣਿਆ, ਰੱਬ ਨੇ 2 ਹੀਰਿਆਂ ਵਰਗੇ ਪੁੱਤਰ ਦੇ ਦਿੱਤੇ ਨੇ, ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਤੁਸੀਂ ਘਰ ਛੱਡ ਕੇ ਕਿਉਂ ਚੱਲੇ ਹੋ? ਮਹਾਰਾਜ ਕਹਿਣ ਲੱਗੇ,
ਕਿਸ ਗੱਲ ਦਾ ਮਾਣ ਕਰਨਾ ਹੈ? ਮਾਣ ਨਹੀਂ ਕਰਨਾ ਚਾਹੀਦਾ ਹੈ। ਉੱਠ ਚੱਲਣਾ ਖਸਮੈ ਭਾਣਾ। ਕਹਿਣ ਲੱਗੇ ਮਾਤਾ ਜੀ ਅਸੀਂ ਤੇ ਇਸ ਘਰ ਤੋਂ ਉੱਠ ਕੇ ਚੱਲੇ ਆਂ, ਪਰ ਅਸਲ ਦੇ ਵਿੱਚ ਸਾਰੀ ਦੁਨੀਆ ਨਹੀਂ ਘਰ ਛੱਡ ਕੇ ਤੁਰ ਪੈਣਾ ਹੈ। ਮਾਤਾ ਜੀ ਨੇ ਆਖਿਆ ਨਾ ਸੱਸ ਨੇ ਕਿ ਮਹਾਰਾਜ ਘਰ ਛੱਡ ਕੇ ਕਿਉਂ ਜਾਣਾ, ਘਰ ਵਿੱਚ ਕਿਉਂ ਨਹੀਂ ਰਹਿੰਦੇ? ਪਾਤਸ਼ਾਹ ਕਹਿਣ ਲੱਗੇ ਮਾਤਾ ਜੀ ਘਰ ਵਿੱਚ ਤੇ ਕਿਸੇ ਨੇ ਵੀ ਨਹੀਂ ਰਹਿਣਾ ਹੈ, ਭਾਵੇਂ ਕੋਈ ਰਾਜਾ ਹੋਵੇ ਮਹਾਰਾਜਾ ਹੋਵੇ, ਇਹ ਘਰ ਤੇ ਸਾਰਿਆਂ ਨੂੰ ਛੱਡਣਾ ਪੈਂਦਾ ਹੈ। ਜਿਸ ਦਿਨ ਸਮਾਂ ਪੂਰਾ ਹੋ ਗਿਆ ਜ਼ਿੰਦਗੀ ਦਾ ਤੇ ਉਸ ਵੇਲੇ ਸਰੀਰ ਨੂੰ ਘਰੋਂ ਕੱਢ ਕੇ ਬਾਹਰ ਰੱਖ ਦੇਣਾ ਵਿਹੜੇ ਦੇ ਵਿੱਚ, ਮੁੜ ਕੇ ਵਿਹੜੇ ਤੋਂ ਵੀ ਚੁੱਕ ਕੇ ਸ਼ਮਸ਼ਾਨ ਨੂੰ ਲੈ ਜਾਂਦੇ। ਇਸ ਕਰਕੇ ਕਿਹੜਾ ਘਰ ਹੈ ਤੇ ਕਿੱਥੇ ਰਹਿਣਾ ਹੈ? ਇਹ ਖਸਮ ਦਾ ਭਾਣਾ ਹੈ ਅਕਾਲ ਪੁਰਖ ਦਾ। ਐਸਾ ਬਚਨ ਮਹਾਰਾਜ ਸਾਹਿਬ ਜੀ ਇਹ ਸ਼ਬਦ ਨੂੰ ਸ਼ੁਰੂ ਤੋਂ ਹੁਣ ਸਾਨੂੰ ਸਮਝਾਉਂਦੇ ਹਨ। ਮਿਲ ਮਾਤ ਪਿਤਾ ਪਿੰਡ ਕਮਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਤਾ ਤੇ ਪਿਤਾ ਦੇ ਸੰਯੋਗ ਤੋਂ ਇਹ ਪਿੰਡ ਕਮਾਇਆ ਸਰੀਰ ਬਣਿਆ ਹੈ। ਇਹ ਜਿਹਨੂੰ ਸਾਨੂੰ ਜਿਹੜਾ ਸਰੀਰ ਮਿਲਿਆ ਹੈ ਨਾ, ਇਹ ਸਰੀਰ ਜਿਸ ਵੇਲੇ ਮਾਤਾ ਪਿਤਾ ਦਾ ਮਿਲਾਪ ਹੋਇਆ ਉਸ ਵੇਲੇ ਇਹ ਸਰੀਰ ਸਾਡਾ ਹੋਂਦ ਵਿੱਚ ਆਇਆ, ਸਰੀਰ ਬਣਿਆ ਹੈ। ਮਿਲ ਮਾਤ ਪਿਤਾ ਪਿੰਡ ਕਮਾਇਆ, ਮਾਤਾ ਪਿਤਾ ਦੇ ਮਿਲਾਪ ਤੋਂ ਇਹ ਪਿੰਡ ਕਹੀਏ ਸਰੀਰ, ਕਮਾਇਆ ਕਹੀਏ ਉਤਪਤ ਹੋਇਆ, ਪੈਦਾ ਹੋਇਆ। ਇਹ ਸਰੀਰ ਸਾਨੂੰ ਤਾਂ ਮਿਲਿਆ ਹੈ। ਤਿੰਨ ਕਰਤੈ ਲੇਖ ਲਿਖਾਇਆ। ਤੇ ਗੁਰਮੁਖੋ ਸਰੀਰ ਦੇ ਨਾਲ ਨਾਲ ਨਾ ਕਰਤੇ ਅਕਾਲ ਪੁਰਖ ਨੇ ਸਾਡੇ ਮੱਥੇ ਤੇ ਲੇਖ ਲਿਖਾ ਦਿੱਤਾ। ਬਰਮਾ ਨੂੰ ਹੁਕਮ ਕੀਤਾ ਪਰਮੇਸ਼ਰ ਨੇ ਕਿ ਐਸ ਜੀਵ ਨੂੰ ਦੁਨੀਆ ਤੇ ਭੇਜਣ ਲੱਗੇ ਹਾਂ, ਇਹਦੇ ਪਿਛਲੇ ਕਰਮ ਕਿੰਨੇ ਨੇ, ਕਿੰਨੇ ਪਾਪ ਦੇ ਨੇ, ਕਿੰਨੇ ਪੁੰਨ ਦੇ ਨੇ, ਉਹਨਾਂ ਦੇ ਮੁਤਾਬਕ ਇਹਦੇ ਮੱਥੇ ਤੇ ਲੇਖ ਲਿਖ ਦਿਓ। ਇਹਨੂੰ ਕਿੰਨੇ ਦੁੱਖ ਮਿਲਣਗੇ, ਕਿੰਨੇ ਸੁੱਖ ਮਿਲਣਗੇ, ਕਿੰਨੀ ਇਹਨੇ ਕਮਾਈ ਕਰਨੀ ਹੈ, ਕਿੰਨੀ ਇਹਨੇ ਇੱਜ਼ਤ ਪਾਉਣੀ ਹੈ, ਕਿੰਨਾ ਇਹਨੇ ਮਾਣ ਪਾਉਣਾ ਹੈ, ਕਿੰਨੀ ਇਹਦੀ ਨਰਾਦਰੀ ਹੋਣੀ ਹੈ, ਕਿੱਥੋਂ ਘਾਟਾ ਪਵੇਗਾ, ਕਿੱਥੋਂ ਲਾਭ ਹੋਵੇਗਾ। ਇਹ ਸਾਰਾ ਕਰਮ ਜਿਹੜਾ ਨਾ ਸਾਡੇ ਜਨਮ ਤੋਂ ਪਹਿਲਾਂ ਪਰਮਾਤਮਾ ਨੇ ਸਾਡੇ ਮੱਥੇ ਤੇ ਲਿਖਿਆ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਮੈਨੂੰ ਬੜਾ ਘਾਟਾ ਪੈ ਗਿਆ, ਰੋਣ ਲੱਗ ਪੈਂਦੇ, ਬੜਾ ਮੁਨਾਫਾ ਹੋ ਗਿਆ, ਬੜੇ ਖੁਸ਼ ਹੋਣ ਲੱਗ ਪੈਂਦੇ। ਸੋ ਇਹ ਮੁਨਾਫਾ ਹੋ ਜਾਣਾ ਜਾਂ ਘਾਟਾ ਪੈ ਜਾਣਾ, ਕਿਤਿਓਂ ਨਰਾਦਰੀ ਹੋ ਜਾਣੀ ਜਾਂ ਕਿਤਿਓਂ ਮਾਣ ਮਿਲ ਜਾਣਾ, ਇਹ ਅਕਾਲ ਪੁਰਖ ਨੇ ਸਾਡੇ ਮੱਥੇ ਤੇ ਪਹਿਲਾਂ ਹੀ ਲੇਖ ਲਿਖਿਆ ਹੋਇਆ। ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀੜੇ ਪਾਸ। ਗੁਰਬਾਣੀ ਦਾ ਮਹਾਵਾਕ ਇਹ ਹੈ ਕਿ ਜਿਵੇਂ ਦੀ ਕਰਮ ਪਰਮਾਤਮਾ ਨੇ ਕਲਮ ਸਾਡੇ ਮੱਥੇ ਤੇ ਲਿਖੀ ਹੈ, ਉਵੇਂ ਦੇ ਪਦਾਰਥ ਸੁਤੇ ਸਿੱਧੀ ਤੇਰੇ ਕੋਲ ਆਉਣਗੇ। ਕਈ ਵਾਰੀ ਅਸੀਂ ਦਿਨੇ ਰਾਤ ਭੱਜ ਨੱਠ ਕਰਦੇ ਹਾਂ, ਮੈਂ ਆਹ ਕੰਮ ਕਰਾਂਗਾ ਤੇ ਇਹ ਹੋ ਜਾਵੇਗਾ। ਤੂੰ ਭਾਵੇਂ ਕੁਝ ਵੀ ਨਾ ਕਰੇ, ਪਰਮਾਤਮਾ ਨੇ ਤਾਂ ਵੀ ਤੈਨੂੰ ਬੈਠਿਆਂ ਤੇਰਾ ਕਰਮ ਜਿਹੜਾ ਹੈ ਉਹ ਦੇ ਦੇਣਾ ਹੈ। ਐਸੀਆਂ ਉਹਦੀਆਂ ਦਾਤਾਂ ਨੇ। ਕਹਿਣ ਲੱਗੇ ਤਿਨ ਕਰਤੈ ਲੇਖ ਲਿਖਾਇਆ। ਉਸ ਕਰਤੇ ਅਕਾਲ ਪੁਰਖ ਨੇ ਜੀਵਾਂ ਦੇ ਮੱਥੇ ਦੇ ਉੱਪਰ ਸਾਰੇ ਜਿਹੜੇ ਲੇਖ ਹਨ ਉਹ ਲਿਖ ਦਿੱਤੇ ਹਨ। ਲਿਖ ਦਾਤ ਜੋਤ ਵਡਿਆਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਸ ਪਰਮਾਤਮਾ ਨੇ ਤੇਰੇ ਮੱਥੇ ਤੇ ਦਾਤ ਲਿਖ ਦਿੱਤੀ ਹੈ। ਇੰਨਾ ਭੋਜਨ ਛਕੇਂਗਾ ਦੁਨੀਆ ਵਿੱਚ ਜਾ ਕੇ, ਇੰਨਾ ਪਾਣੀ ਪੀਵੇਂਗਾ, ਇੰਨੇ ਫਲ ਛਕੇਂਗਾ, ਸੋ ਇੰਨੇ ਪਦਾਰਥ ਤੈਨੂੰ ਬੈਠਿਆਂ ਪ੍ਰਾਪਤ ਹੋਣਗੇ, ਇੰਨੀ ਮਾਇਆ ਦਾ ਮਾਲਕ ਹੋਵੇਂਗਾ, ਇੰਨੇ ਤੇਰੇ ਘਰ-ਬਾਰ ਹੋਣਗੇ। ਇਹ ਪਰਮਾਤਮਾ ਨੇ ਸਾਰਾ ਲੇਖ ਤੇਰੇ ਜਨਮ ਤੋਂ ਪਹਿਲਾਂ ਹੀ ਲਿਖ ਦਿੱਤਾ ਹੈ ਵੀ ਤੈਨੂੰ ਮਿਲੇਗਾ। ਲਿਖ ਦਾਤ, ਇਹ ਜਿਹੜੀਆਂ ਦਾਤਾਂ ਨੇ। ਤੇ ਜੋਤ ਤੋਂ ਭਾਵ ਹੁੰਦਾ ਗੁਰਮੁਖੋ ਕ੍ਰਾਂਤੀ। ਕ੍ਰਾਂਤੀ ਕਹਿੰਦੇ ਵਡਿਆਈ। ਤੇਰੀ ਦੁਨੀਆ ਵਿੱਚ ਕਿੰਨੀ ਵਡਿਆਈ ਹੋਣੀ ਹੈ, ਕਿੰਨੇ ਲੋਕ ਤੇਰੀ ਜੈ ਜੈਕਾਰ ਕਰਨਗੇ, ਉਹ ਵੀ ਪਰਮਾਤਮਾ ਨੇ ਲਿਖ ਦਿੱਤਾ ਹੈ। ਕਿੰਨੀ ਤੇਰੀ ਛੁਟਿਆਈ ਹੋਣੀ ਹੈ ਦੁਨੀਆ ਵਿੱਚ, ਲੋਕ ਤੈਨੂੰ ਮਾੜਾ ਕਹਿਣਗੇ, ਗਾਲਾਂ ਵੀ ਦੇਣਗੇ। ਕਿੰਨੀ ਛੁਟਿਆਈ ਹੋਣੀ ਹੈ, ਕਿੰਨੀ ਵਡਿਆਈ ਹੋਣੀ ਹੈ, ਇਹ ਅਕਾਲ ਪੁਰਖ ਨੇ ਸਾਰੀ ਤੇਰੇ ਮੱਥੇ ਤੇ ਲੇਖ ਲਿਖ ਦਿੱਤਾ ਹੈ। ਉਹਨਾਂ ਲੇਖਾਂ ਦੇ ਮੁਤਾਬਕ ਆਪਣੇ ਆਪ ਹੀ ਤੇਰੀ ਵਡਿਆਈ ਹੋਈ ਜਾਣੀ, ਆਪਣੇ ਆਪ ਹੀ ਛੁਟਿਆਈ। ਜਿਹੋ ਜਿਹਾ ਕਰਮ ਕੀਤੇ ਉਹ ਸਾਰੇ ਪਰਮਾਤਮਾ ਨੇ ਲਿਖ ਦਿੱਤੇ ਹਨ। ਤੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਿਰ ਬਖਸ਼ਿਸ਼ ਕਰਦੇ ਹਨ। ਲਿਖ ਦਾਤ ਜੋਤ ਵਡਿਆਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋਤ ਨਾਮ ਹੈ ਜੋਤੀ ਪਰਮਾਤਮਾ ਦਾ। ਉਸ ਨੇ ਧਨ ਤੈਨੂੰ ਕਿੰਨਾ ਮਿਲਣਾ ਹੈ, ਸੰਪਦਾ ਕਿੰਨੀ ਮਿਲਣੀ ਹੈ, ਕਿੰਨੀ ਜ਼ਮੀਨ ਜਾਇਦਾਦ ਦਾ ਮਾਲਕ ਹੋਵੇਂਗਾ, ਕਿੰਨੇ ਤੇਰੇ ਘਰ ਹੋਣਗੇ, ਮੱਝਾਂ ਗਾਵਾਂ ਲਵੇਰੀਆਂ ਕਿੰਨੀਆਂ ਹੋਣਗੀਆਂ, ਊਠ ਹਾਥੀ ਕਿੰਨੇ ਹੋਣਗੇ। ਇਹ ਸਾਰੀ ਸੰਪਦਾ ਦਾ ਤੂੰ ਮਾਲਕ ਬਣੇਗਾ
ਜਾਂ ਨਹੀਂ ਬਣੇਗਾ, ਇਹ ਸਾਰੀ ਦਾਤ ਪ੍ਰਮਾਤਮਾ ਨੇ ਤੇਰੇ ਮੱਥੇ ਦੇ ਉੱਪਰ ਲਿਖ ਦਿੱਤੀ ਹੈ। ਇਹਨਾਂ ਦਾਤਾਂ ਦੇ ਨਾਲ ਪ੍ਰਮਾਤਮਾ ਨੇ ਤੈਨੂੰ ਉਸ ਵੇਲੇ ਵਡਿਆਇਆ ਹੈ। ਮਿਲ ਮਾਇਆ ਸੁਰਤ ਗਵਾਈ। ਪਰ ਮਹਾਰਾਜ ਕਹਿਣ ਲੱਗੇ ਜਦੋਂ ਰੱਬ ਦਾ ਦਿੱਤਾ ਤੈਨੂੰ ਸਭ ਕੁਝ ਮਿਲ ਗਿਆ, ਮੱਝਾਂ ਗਾਵਾਂ ਮਿਲ ਗਈਆਂ, ਹਾਥੀ ਘੋੜੇ ਮਿਲ ਗਏ, ਜ਼ਮੀਨ ਜਾਇਦਾਦ ਮਿਲ ਗਈ, ਘਰ-ਬਾਰ ਮਿਲ ਗਿਆ, ਮਾਇਆ ਮਿਲ ਗਈ, ਰਿਸ਼ਤੇਦਾਰ ਮਿਲ ਗਏ, ਮਿਲ ਮਾਇਆ। ਫਿਰ ਮਾਇਆ ਦੇ ਨਾਲ ਮਿਲ ਕੇ ਸੁਰਤ ਗਵਾਈ। ਸੁਰਤ ਤੋਂ ਭਾਵ ਹੁੰਦਾ ਗੁਰਮੁਖੋ ਹੋਸ਼ ਗਵਾ ਲੈਣੀ। ਮਹਾਰਾਜ ਕਹਿੰਦੇ ਫਿਰ ਤੂੰ ਹੋਸ਼ ਹੀ ਗਵਾ ਲਈ, ਤੂੰ ਭੁੱਲ ਹੀ ਗਿਆ ਕਿ ਮਾਇਆ ਦੇ ਵਿੱਚ ਹੀ ਅੰਨਾ ਹੋ ਗਿਆ। ਮਾਇਆ ਧਾਰੀ ਅਤ ਅੰਨਾ ਬੋਲਾ। ਪਰਮਾਤਮਾ ਨੇ ਤੇਰੇ ਕਰਮਾਂ ਵਿੱਚ ਮਾਇਆ ਤੇ ਲਿਖ ਦਿੱਤੀ ਹੈ, ਤੇ ਮਾਇਆ ਆਉਂਦਿਆਂ ਨਾਲ ਹੀ ਹੋਸ਼ ਤੇਰੀ ਸੁਰਤੀ ਭੁੱਲ ਗਈ। ਤੂੰ ਆਖਿਆ ਕੌਣ ਹੈ ਫਲਾਣਾ, ਮੈਂ ਨਹੀਂ ਜਾਣਦਾ ਹਾਂ। ਉਸੇ ਵੇਲੇ ਆਕੜ ਗਿਆ, ਹੰਕਾਰ ਦੇ ਨਾਲ, ਮਾਨ ਦੇ ਨਾਲ ਧੌਣ ਹੋਰ ਉੱਚੀ ਹੋ ਗਈ ਹੈ। ਜੇ ਕੋਈ ਬੁਲਾਉਂਦਾ ਕਿਸੇ ਨੂੰ ਸਿੱਧੇ ਮੂੰਹ ਜਵਾਬ ਹੀ ਨਹੀਂ ਦਿੰਦਾ ਹੈ। ਜੇ ਕੋਈ ਚੱਲ ਕੇ ਘਰ ਵਿੱਚ ਆਉਂਦਾ ਤੇ ਉਹਨੂੰ ਕੋਈ ਚਾਹ ਪਾਣੀ ਨਹੀਂ ਪੁੱਛਦਾ ਹੈ। ਪਾਤਸ਼ਾਹ ਕਹਿਣ ਲੱਗੇ ਮਿਲ ਮਾਇਆ। ਮਾਇਆ ਇਹੋ ਜਿਹੀ ਆ ਗਈ ਹੈ ਕਿ ਸੁਰਤ ਗਵਾਈ, ਬੰਦੇ ਦੀ ਸੁਰਤ ਹੀ ਭੁੱਲ ਗਈ ਉਸ ਵੇਲੇ। ਮਾਇਆ ਤੇ ਗੁਰਮੁਖੋ ਇਹੋ ਜਿਹੀ ਹੈ, ਇਹ ਤੇ ਜੇ ਪੱਗ ਦੇ ਸ਼ਮਲੇ ਨੂੰ ਮਾਇਆ ਲੱਗ ਜਾਵੇ ਤਾਂ ਸ਼ਮਲਾ ਆਕੜ ਜਾਂਦਾ, ਸਿਰ ਤੋਂ ਸਿੱਧਾ ਆਕਾਸ਼ ਵੱਲ ਨੂੰ ਆਕੜਿਆ ਹੀ ਰਹਿੰਦਾ। ਪਹਿਲੇ ਸਮੇਂ ਵਿੱਚ ਲੋਕ ਮਾਇਆ ਦਾ ਲਾ ਕੇ ਤੇ ਫਿਰ ਪੱਗ ਬੰਨਿਆ ਕਰਦੇ ਨੇ ਉੱਪਰ ਨੂੰ ਸ਼ਮਲਾ ਛੱਡ ਕੇ, ਤੇ ਉਹ ਜਿੰਨਾ ਚਿਰ ਉਹ ਮਾਇਆ ਲੱਗੀ ਰਹਿੰਦੀ ਉਹ ਸ਼ਮਲਾ ਤਾਂ ਨੂੰ ਹੀ ਆਕੜਿਆ ਰਹਿੰਦਾ। ਪਾਤਸ਼ਾਹ ਕਹਿਣ ਲੱਗੇ ਮਾਇਆ ਤੇ ਕੱਪੜੇ ਨੂੰ ਲੱਗ ਜਾਵੇ ਤੇ ਉਹ ਆਕੜ ਜਾਂਦਾ ਹੈ। ਬੰਦਿਆ ਤੈਨੂੰ ਲੱਗੇ ਤੇ ਤੂੰ ਕਿਵੇਂ ਨਹੀਂ ਆਕੜੇਗਾ? ਜ਼ਰੂਰ ਬਾਰ ਜ਼ਰੂਰ ਆਕੜ ਜਾਂਦਾ ਹੈ। ਕੋਈ ਵਿਰਲਾ ਹੀ ਹੈ ਜਿਹੜਾ ਮਾਇਆ ਦੇ ਵਿੱਚ ਰਹਿ ਕੇ ਨਿਮਰਤਾ ਰੱਖੇ, ਨਹੀਂ ਤੇ ਸਾਰਿਆਂ ਦੇ ਵਿੱਚ ਮਾਣ ਕਿਸੇ ਨਾ ਕਿਸੇ ਤਰੀਕੇ ਨਾਲ ਆ ਜਾਂਦਾ ਹੈ। ਪਾਤਸ਼ਾਹ ਕਹਿਣ ਲੱਗੇ ਮਿਲ ਮਾਇਆ ਸੁਰਤ ਗਵਾਈ। ਸੁਰਤ ਨਾਮ ਹੋਸ਼। ਮਾਇਆ ਵਿੱਚ ਮਿਲ ਕੇ ਬੰਦੇ ਨੇ ਹੋਸ਼ ਹੀ ਗਵਾ ਲਈ, ਭੁੱਲ ਹੀ ਗਿਆ ਸਭ ਕੁਝ। ਐਸਾ ਮਾਨ ਵਿੱਚ ਆਇਆ ਹੈ। ਫਿਰ ਫਰਮਾਉਂਦੇ ਹਨ ਮਿਲ ਮਾਇਆ ਸੁਰਤ ਗਵਾਈ। ਗੁਰਮੁਖੋ ਸੁਰਤ ਤੋਂ ਭਾਵ ਹੈ ਸ੍ਰੇਸ਼ਟ ਪ੍ਰੀਤੀ। ਸੋ ਰਤ, ਰਤ ਨਾਮ ਪ੍ਰੀਤੀ ਦਾ। ਮਿਲ ਮਾਇਆ, ਮਾਇਆ ਹੀ ਇੰਨੀ ਹੋ ਗਈ ਹੈ ਕਿ ਰੱਬ ਨਾਲ ਵੀ ਪ੍ਰੇਮ ਗਵਾ ਕੇ ਬੈਠ ਗਿਆ। ਚਲੋ ਬੰਦੇ ਨਾਲ ਤੇ ਨਹੀਂ ਪ੍ਰੇਮ ਪਾਇਆ, ਮਾਨ ਹੋ ਗਿਆ ਵੀ ਮੈਂ ਅਮੀਰ ਹਾਂ, ਬਾਕੀ ਦੁਨੀਆ ਗਰੀਬ ਹੈ, ਚਲੋ ਛੱਡੋ, ਬੰਦੇ ਨਾਲ ਤੇ ਨਹੀਂ ਤੂੰ ਪ੍ਰੇਮ ਪਾ ਸਕਿਆ। ਵੈਸੇ ਤੇ ਮਹਾਰਾਜ ਦਾ ਬਚਨ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਕੁਦਰਤ ਨਾਲ ਪ੍ਰੇਮ ਕਰਦਾ ਰੱਬ ਖੁਸ਼ ਹੁੰਦਾ। ਚਲੋ ਕੋਈ ਗੱਲ ਨਹੀਂ, ਤੂੰ ਦੁਨੀਆ ਨਾਲ ਨਹੀਂ ਪ੍ਰੇਮ ਪਾਇਆ ਕਿਸੇ ਦੇ ਨਾਲ, ਤੈਨੂੰ ਪ੍ਰਮਾਤਮਾ ਦੇ ਨਾਲ ਤੇ ਪ੍ਰੇਮ ਪਾਉਣਾ ਚਾਹੀਦਾ ਸੀ ਨਾ। ਨਹੀਂ, ਮਾਇਆ ਵਿੱਚ ਇੰਨਾ ਮਾਣ ਆ ਜਾਂਦਾ ਹੈ, ਰੱਬ ਦੇ ਨਾਲ ਵੀ ਨਹੀਂ ਪ੍ਰੇਮ ਪਾ ਸਕਦਾ। ਕਹਿੰਦਾ ਮੈਂ ਤੇ ਰੱਬ ਤੋਂ ਵੀ ਵੱਡਾ ਹਾਂ, ਮੇਰੇ ਵਾਸਤੇ ਵੱਖਰੀ ਗੱਦੀ ਲਾ ਦਿਓ, ਮੇਰੇ ਵਾਸਤੇ ਵੱਖਰਾ ਪ੍ਰਬੰਧ ਕਰਕੇ ਦਿਓ। ਮੈਂ ਇਸ ਤਰ੍ਹਾਂ ਜਾਣਾ ਹੈ, ਮੈਂ ਹੁਣ ਮੱਥਾ ਨਹੀਂ ਟੇਕ ਸਕਦਾ, ਮੇਰਾ ਲੱਕ ਨਹੀਂ ਝੁਕ ਸਕਦਾ, ਮੈਂ ਬੈਠ ਨਹੀਂ ਸਕਦਾ ਗੁਰੂ ਦੇ ਕੋਲ ਜਾ ਕੇ। ਸੋ ਮਾਇਆ ਇੰਨਾ ਬੰਦੇ ਨੂੰ ਹੰਕਾਰ ਵਿੱਚ ਲੈ ਆਉਂਦੀ ਹੈ, ਗੁਰੂ ਨੂੰ ਮੱਥਾ ਟੇਕਣਾ ਵੀ ਇਹਦੇ ਵੱਸ ਦੀ ਗੱਲ ਨਹੀਂ ਰਹਿ ਜਾਂਦੀ, ਗੁਰੂ ਦੇ ਕੋਲ ਬੈਠਣਾ ਵੀ ਇਹਦੇ ਵੱਸ ਦੀ ਗੱਲ ਨਹੀਂ ਰਹਿ ਜਾਂਦੀ। ਕਹਿੰਦਾ ਉੱਚੀ ਥਾਂ ਤੇ ਵੱਖਰਾ ਗਦੇਲਾ ਲਾ ਦਿਓ। ਮਹਾਰਾਜ ਕਹਿਣ ਲੱਗੇ ਮਿਲ ਮਾਇਆ ਸੁਰਤ ਗਵਾਈ। ਮਾਇਆ ਨੇ ਇੰਨਾ ਅੰਨਾ ਕਰ ਦਿੱਤਾ ਹੈ, ਜਿਹੜੀ ਪ੍ਰੀਤੀ ਗੁਰੂ ਨਾਲ ਪਾਉਣੀ ਸੀ, ਪ੍ਰੇਮ ਪਾਉਣਾ ਸੀ, ਉਹ ਗਵਾ ਹੀ ਲਿਆ। ਨਹੀਂ, ਪ੍ਰੇਮ ਬਣਿਆ ਨਹੀਂ ਹੈ। ਮੂਰਖ ਮਨ ਕਾਹੈ ਕਰਸੈ ਮਾਣਾ। ਮਹਾਰਾਜ ਕਹਿਣ ਲੱਗੇ ਬੰਦਿਆ ਕਾਹਦਾ ਮਾਣ ਕਰਦਾ ਪਿਆ ਹੈ? ਵੱਡੇ ਵੱਡੇ ਅਮੀਰ ਤੇ ਧਨਾੜ ਵੀ ਉਸੇ ਕਬਰ ਦੇ ਵਿੱਚ ਸੁੱਤੇ ਜਿੱਥੇ ਜਾ ਕੇ ਤੂੰ ਸੌ ਜਾਣਾ ਹੈ। ਫਿਰ ਮਾਣ ਕਿਸ ਗੱਲ ਦਾ ਕਰਨਾ ਹੈ? ਮਾਣ ਕਰਦਾ ਤਗੜੇ ਸਰੀਰ ਦਾ, ਮਾਣ ਕਰਦਾ ਮਾਇਆ ਦਾ, ਪਦਾਰਥਾਂ ਦਾ। ਪਰ ਇਸ ਦੁਨੀਆ ਤੋਂ ਮਹਾਰਾਜ ਕਹਿਣ ਲੱਗੇ ਨਾਂਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ। ਫਿਰ ਮਾਣ ਕਿਸ ਗੱਲ ਦਾ ਹੈ? ਕਹਿਣ ਲੱਗੇ ਦੁਨੀਆ ਨੂੰ ਜਿੱਤਣ ਵਾਲਾ ਸਿਕੰਦਰ ਸਮੁੰਦਰ ਦੇ ਵਿੱਚ ਬੇੜੀ 'ਚ ਤੁਰਿਆ ਜਾਂਦਾ ਹੈ ਨਾ, ਤੇ ਉਸ ਵੇਲੇ ਬਿਮਾਰ ਹੋ ਗਿਆ ਤੇ ਮੌਤ ਨੂੰ ਪ੍ਰਾਪਤ ਹੋਣ ਵਾਲਾ ਹੈ। ਆਪਣੇ ਵਜ਼ੀਰਾਂ ਨੂੰ ਆਖਦਾ ਮੇਰੇ ਪੈਰ ਤੇ ਹੱਥ ਨੰਗੇ ਕਰ ਛੱਡਿਓ ਜਦੋਂ ਮੇਰੀ ਅਰਥੀ ਨੂੰ ਚੁੱਕ ਕੇ ਲੈ ਕੇ ਜਾਣਾ ਹੈ। ਤੇ ਵੈਦ ਹਕੀਮ ਮੇਰੀ ਅਰਥੀ ਨੂੰ ਚੁੱਕ ਲੈਣ। ਵਜ਼ੀਰਾਂ ਨੇ ਹੈਰਾਨ ਹੋ ਕੇ ਪੁੱਛਿਆ ਬਾਦਸ਼ਾਹ ਇਹ ਵੱਖਰਾ ਫਰਮਾਨ ਕਿਉਂ ਕੀਤਾ ਹੈ? ਕਹਿਣ ਲੱਗਾ ਮੈਂ ਦੁਨੀਆ ਨੂੰ ਦੱਸਣਾ ਚਾਹੁੰਦਾ ਕਿ ਦੁਨੀਆ ਨੂੰ ਜਿੱਤਣ ਦੀ ਇੱਛਾ ਰੱਖਣ ਵਾਲਾ ਸਿਕੰਦਰ ਖਾਲੀ ਹੱਥ ਚੱਲਿਆ ਹੈ, ਨੰਗੇ ਪੈਰੀ ਚੱਲਿਆ, ਮੈਂ ਲੈ ਕੇ ਕੁਝ ਨਹੀਂ ਚੱਲਿਆ ਦੁਨੀਆ ਤੋਂ। ਇਹ ਵੈਦ ਹਕੀਮ ਜਦੋਂ ਮੇਰੀ ਅਰਥੀ ਚੁੱਕਣਗੇ, ਲੋਕਾਂ ਨੂੰ ਭਰੋਸਾ ਹੈ ਕਿ ਡਾਕਟਰ ਮੇਰੀ ਜਾਨ ਬਚਾਵੇਗਾ, ਵੈਦ ਜਾਨ ਬਚਾ ਲਵੇਗਾ, ਪਰ ਜਦੋਂ ਵੈਦ ਹੀ ਮੇਰੀ ਅਰਥੀ ਚੁੱਕ ਲੈਣਗੇ ਇਹ ਵੀ ਭੁਲੇਖਾ ਨਿਕਲ ਜਾਵੇ
ਕਿ ਦੁਨੀਆ ਵਿੱਚ ਬਚਾ ਕੋਈ ਨਹੀਂ ਸਕਦਾ ਹੈ। ਪਾਤਸ਼ਾਹ ਕਹਿਣ ਲੱਗੇ, ਮੂਰਖ ਮਨ ਕਾਹੇ ਕਰਸੈ ਮਾਣਾ, ਕਿਸ ਗੱਲ ਦਾ ਮਾਨ ਕਰਦਾ, ਦੁਨੀਆ ਛੱਡ ਕੇ ਤੁਰਨਾ ਹੈ। ਉੱਠ ਚੱਲਣਾ ਖਸਮੈ ਪਾਣਾ। ਜਦੋਂ ਖਸਮ ਦਾ ਭਾਣਾ ਹੋਇਆ ਨਾ, ਹੁਕਮ ਹੋਇਆ, ਜਦੋਂ ਰੱਬ ਨੇ ਭੇਜਿਆ ਜਮਦੂਤਾਂ ਨੂੰ ਵੀ ਜਾਓ ਭਾਈ ਫਲਾਣੇ ਦਾ ਸਮਾਂ ਪੂਰਾ ਹੋ ਗਿਆ, ਉਦੋਂ ਭਾਵੇਂ ਵੈਦ ਆ ਜਾਣ, ਹਕੀਮ ਆ ਜਾਣ, ਫੌਜਾਂ ਖੜ ਜਾਣ, ਸੰਤਰੀ ਮੰਤਰੀ ਜਿੰਨੇ ਮਰਜ਼ੀ ਤੇਰੇ ਸਰਾਣੇ ਖੜ ਜਾਣ, ਪਾਤਸ਼ਾਹ ਕਹਿਣ ਲੱਗੇ ਛੂਟਤ ਨਾਹੀ ਕੋਟ ਲੱਖ ਬਾਹੀ, ਭਾਵੇਂ ਲੱਖਾਂ ਬਾਹਾਂ ਦਾ ਵੀ ਬਲ ਤੈਨੂੰ ਮਿਲੇ ਪਰ ਜਮਾ ਕੋਲੋਂ ਫਿਰ ਛੁੱਟਿਆ ਨਹੀਂ ਜਾਣਾ ਹੈ। ਮਾਨ ਕਿਸ ਗੱਲ ਦਾ ਕਰਦਾ ਹੈ। ਖਸਮ ਅਕਾਲ ਪੁਰਖ ਨੇ ਜਦੋਂ ਹੁਕਮ ਕੀਤਾ ਉਦੋਂ ਦੁਨੀਆ ਨੂੰ ਛੱਡ ਕੇ ਤੁਰਨਾ ਹੈ। ਰਹਾਉ ਤਜ ਸਾਧ ਸਹਿਜ ਸੁਖ ਹੋਈ। ਅਜੇ ਮਹਾਰਾਜ ਇਹ ਬਚਨ ਕਰਦੇ ਪਏ, ਸਤਿਗੁਰਾਂ ਦੀ ਸੱਸ ਬੀਬੀ ਚੰਦੋ ਰਾਣੀ ਉਹਦਾ ਨਾਮ ਹੈ, ਉਹ ਬੋਲ ਪਈ, ਕਹਿਣ ਲੱਗੀ ਪੁੱਤਰ ਸਤਿਗੁਰੂ ਜੀ, ਘਰ ਦੇ ਜਿਹੜੇ ਸੁੱਖ ਨੇ ਜਾਂ ਸਵਾਦ ਨੇ ਉਹ ਕਿਉਂ ਛੱਡਦੇ ਪਏ ਹੋ, ਕਿਉਂ ਫਕੀਰ ਬਣ ਗਏ ਹੋ। ਇਹ ਬਚਨ ਸੁਣ ਕੇ ਮਹਾਰਾਜ ਫਰਮਾਉਂਦੇ ਹਨ, ਤਜ ਸਾਧ ਸਹਿਜ ਸੁਖ ਹੋਈ। ਕਹਿਣ ਲੱਗੇ ਮਾਤਾ ਜੀ, ਇਹ ਜਿਹੜੇ ਸਾਧ ਸਵਾਦ ਨੇ ਨਾ, ਇਹਨਾਂ ਨੂੰ ਛੱਡ ਕੇ ਹੀ ਸੁਖ ਮਿਲਦਾ ਹੈ। ਜਿੰਨਾ ਚਿਰ ਸਵਾਦਾਂ ਵਿੱਚ ਲੱਗੇ ਰਵਾਂਗੇ ਉਹਨਾਂ ਚਿਰ ਪ੍ਰਮਾਤਮਾ ਦਾ ਸਵਾਦ ਨਹੀਂ। ਇਹ ਰਸ ਛੱਡੇ ਉਹ ਰਸ ਆਵਾ, ਮਹਾਰਾਜ ਦੀ ਬਾਣੀ ਦਾ ਬਚਨ ਹੈ। ਜਦੋਂ ਦੁਨੀਆ ਦੇ ਰਸ ਛੱਡੇਗਾ ਰੱਬ ਦੇ ਨਾਮ ਦਾ ਸਵਾਦ ਵੀ ਤਾਂ ਹੀ ਆਉਣਾ ਹੈ। ਜੇ ਦੁਨੀਆ ਦੇ ਸਵਾਦਾਂ ਵਿੱਚ ਪਿਆ ਫਿਰ ਰੱਬ ਦਾ ਸਵਾਦ ਕਿਵੇਂ ਆਵੇ। ਇੱਕ ਰਾਜੇ ਨੇ ਆਖਿਆ ਸੀ ਨਾ ਕਿਸੇ ਮਹਾਤਮਾ ਨੂੰ, ਕਹਿਣ ਲੱਗਾ ਜੀ ਮੇਰੇ ਅੰਦਰ ਨਾਮ ਦਾ ਸਵਾਦ ਟਿਕਾ ਦਿਓ। ਤੇ ਮਹਾਤਮਾ ਕਹਿਣ ਲੱਗੇ ਵੀ ਟਿਕਾ ਤੇ ਦੇਵਾਂਗੇ ਪਰ ਪਹਿਲਾਂ ਸਾਡਾ ਇੱਕ ਬਚਨ ਮੰਨ ਕੇ ਕੰਮ ਕਰਨਾ ਪਵੇਗਾ। ਕਹਿਣ ਲੱਗਾ ਹੁਕਮ ਕਰੋ, ਮੈਂ ਹੁਣੇ ਕਰ ਦਿੰਦਾ। ਕਹਿੰਦੇ ਇੱਕ ਸੋਹਣਾ ਜਿਹਾ ਕਮਰਾ ਬਣਾ ਦੇ। ਰਾਜੇ ਨੇ ਹੁਕਮ ਕਰਕੇ ਝਾਟੀ ਨੌਕਰਾਂ ਕੋਲੋਂ ਕਮਰਾ ਤਿਆਰ ਕਰਵਾਇਆ। ਕਹਿਣ ਲੱਗੇ ਹੁਣ ਇਸ ਕਮਰੇ ਨੂੰ ਥੰਮੀਆਂ ਦੇ ਨਾਲ ਅੰਦਰ ਥੰਮ ਲਾ ਲਾ ਕੇ ਸਾਰਾ ਕਮਰਾ ਭਰ ਦੇ ਦਰਵਾਜ਼ੇ ਤੱਕ। ਉਸ ਵੇਲੇ ਨੌਕਰਾਂ ਨੂੰ ਹੁਕਮ ਕਰਦਾ, ਥੰਮੀਆਂ ਨਾਲ ਕਮਰਾ ਵੀ ਭਰ ਗਿਆ। ਕਹਿਣ ਲੱਗਾ ਮਹਾਤਮਾ ਜੀ ਤੁਹਾਡੇ ਬਚਨ ਪੂਰੇ ਕਰ ਦਿੱਤੇ, ਕਮਰਾ ਵੀ ਬਣਾ ਦਿੱਤਾ ਹੈ ਔਰ ਅੰਦਰ ਥੰਮੀਆਂ ਲੱਕੜਾਂ ਲਾ ਲਾ ਕੇ ਭਰ ਵੀ ਦਿੱਤਾ ਹੈ। ਆਪ ਵੇਖਿਆ ਮਹਾਤਮਾ ਨੇ ਜਾ ਕੇ। ਕਹਿਣ ਲੱਗੇ ਰਾਜਾ ਹੁਣ ਇਹਦੇ ਵਿੱਚ ਜਾ ਕੇ ਖੜ ਜਾ। ਬੜਾ ਹੈਰਾਨ ਹੋਇਆ, ਕਹਿਣ ਲੱਗਾ ਜੀ ਜਗ੍ਹਾ ਹੀ ਕੋਈ ਨਹੀਂ ਹੈ, ਖੜਾ ਕਿਵੇਂ। ਸਾਰਾ ਕਮਰਾ ਤੇ ਥੰਮੀਆਂ ਨਾਲ ਭਰ ਦਿੱਤਾ ਹੈ, ਜੇ ਖਾਲੀ ਹੁੰਦਾ ਤੇ ਫਿਰ ਮੈਂ ਖੜ ਜਾਂਦਾ, ਪਰ ਇਹ ਤੇ ਭਰਿਆ ਪਿਆ ਹੈ, ਹੁਣ ਵਿੱਚ ਕਿਵੇਂ ਖੜਾ। ਕਹਿਣ ਲੱਗੇ ਬਸ ਇਹੋ ਹੀ ਉਪਦੇਸ਼ ਹੈ, ਅਸੀਂ ਤੈਨੂੰ ਇਹ ਸਮਝਾਉਣਾ ਚਾਹੁੰਦੇ ਸੀ ਕਿ ਤੇਰਾ ਸਰੀਰ ਵੀ ਦੁਨੀਆ ਦੇ ਸਵਾਦਾਂ ਨਾਲ ਭਰਿਆ ਪਿਆ ਹੈ। ਆ ਵੀ ਸਵਾਦ ਲੈ ਲਵਾਂ, ਉਹ ਵੀ ਸਵਾਦ ਲੈ ਲਵਾਂ। ਕਿਸੇ ਨੂੰ ਕੱਪੜੇ ਪਾਉਣ ਦਾ ਸਵਾਦ ਹੈ, ਕਿਸੇ ਨੂੰ ਖਾਣ ਦਾ ਸਵਾਦ ਹੈ। ਜਦੋਂ ਦੁਨੀਆ ਦੇ ਸਵਾਦਾਂ ਵਿੱਚ ਪਿਆ ਹੋਇਆ ਫਿਰ ਰੱਬ ਦੇ ਨਾਮ ਦਾ ਸਵਾਦ ਕਿਵੇਂ ਆਵੇਗਾ। ਪਹਿਲਾਂ ਦੁਨੀਆ ਦੇ ਸਵਾਦ ਛੱਡੇਗਾ ਤਾਂ ਉਹਦਾ ਸਵਾਦ। ਇਹ ਰਸ ਛੱਡੇ ਉਹ ਰਸ ਭਾਵਾ, ਉਹ ਰਸ ਪੀਆ। ਮਹਾਰਾਜ ਜੀਆਂ ਦੇ ਬਚਨ ਫਿਰ ਇਹ ਗੁਰਬਾਣੀ ਦੇ ਅੰਦਰ ਜਦੋਂ ਦੁਨੀਆ ਦੇ ਰਸ ਛੱਡੇ ਨਾ ਸਵਾਦ, ਫਿਰ ਪ੍ਰਮਾਤਮਾ ਦੇ ਨਾਮ ਦਾ ਸਵਾਦ ਆਉਂਦਾ ਹੈ। ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ। ਔਰ ਜਦੋਂ ਫਿਰ ਨਾਮ ਦਾ ਸਵਾਦ ਆਉਣ ਲੱਗ ਪਿਆ ਫਿਰ ਦੁਨੀਆ ਦੇ ਸਵਾਦ ਸਾਰੇ ਭੁੱਲ ਜਾਂਦੇ। ਐਸੀ ਦਾਤ ਮਿਲਦੀ ਹੈ। ਮਹਾਰਾਜ ਕਹਿਣ ਲੱਗੇ ਤਜ ਸਾਜ ਸਹਿਜ ਸੁਖ ਹੋਈ। ਮਾਤਾ ਜੀ ਇਹ ਦੁਨੀਆ ਦੇ ਸਵਾਦ ਛੱਡੀਏ ਤਾਂ ਆਤਮਿਕ ਸੁਖ ਦੀ ਪ੍ਰਾਪਤੀ, ਜਿਹੜਾ ਨਾ ਮੁੱਕੇ ਉਹਦੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਘਰ ਛੱਡਣਾ ਰਹਿ ਨ ਕੋਈ। ਮਾਤਾ ਜੀ ਨੇ ਆਖਿਆ ਸਤਿਗੁਰਾਂ ਦੀ ਸੱਸ ਜੋ ਚੰਦੋ ਰਾਣੀ ਹੈ, ਕਹਿੰਦੇ ਪੁੱਤਰ ਫਿਰ ਘਰ ਕਿਉਂ ਛੱਡਦੇ ਹੋ, ਘਰੇ ਵੀ ਬੈਠਿਆ ਜਾ ਸਕਦਾ ਹੈ। ਮਹਾਰਾਜ ਫਿਰ ਜਵਾਬ ਦਿੰਦੇ, ਕਹਿਣ ਲੱਗੇ ਘਰ ਛੱਡਣਾ ਰਹਿ ਨਾ ਕੋਈ। ਮਾਤਾ ਜੀ ਘਰ ਤੇ ਸਾਰਿਆਂ ਨੂੰ ਛੱਡਣਾ ਪੈਣਾ ਹੈ। ਕੋਈ 10 ਸਾਲ ਘਰ ਵਿੱਚ ਰਹਿੰਦਾ ਹੈ, ਕੋਈ 20 ਸਾਲ ਰਹਿੰਦਾ ਹੈ। ਹੁਣ ਆਪਾਂ ਘਰ ਬਣਾਇਆ ਹੈ ਨਾ, ਕਦੇ ਆਪਣੇ ਮਨ ਦੇ ਵਿੱਚ ਗਿਣਤੀ ਕਰਕੇ ਵੇਖੋ ਜਿਹੜਾ ਘਰ ਮੈਂ ਬਣਾਇਆ ਹੈ ਉਹਦੇ ਵਿੱਚ ਮੈਂ ਕਿੰਨੇ ਸਾਲ ਰਿਹਾ ਤੇ ਉਹਦੇ ਤੋਂ ਬਾਹਰ ਕਿੰਨੇ ਸਾਲ ਰਿਹਾ। ਘਰ ਤੇ ਸਾਰਿਆਂ ਨੂੰ ਛੱਡਣਾ ਪੈਂਦਾ ਹੈ। ਘਰ ਛੱਡਣਾ ਰਹਿ ਨਾ ਕੋਈ। ਦੁਨੀਆ ਦੇ ਵਿੱਚ ਕੋਈ ਵੀ ਪੱਕਾ ਨਹੀਂ ਰਹਿੰਦਾ। ਤੇ ਗੁਰਮੁਖੋ ਜਿੱਦਣ ਮੌਤ ਆ ਗਈ ਨਾ ਉਦਣ ਤੇ ਘਰ ਛੱਡਣਾ ਹੀ ਪੈਣਾ। ਜੇ ਕੋਈ ਬੰਦਾ ਮੰਨ ਲਓ ਇਹ ਗੱਲ ਕਹਿ ਵੀ ਦੇਵੇ ਵੀ ਨਹੀਂ ਮੇਰਾ ਤੇ ਘਰ ਨਾਲ ਬੜਾ ਪਿਆਰ ਹੈ, ਮੈਂ ਤੇ ਛੱਡ ਹੀ ਨਹੀਂ ਸਕਦਾ, ਹੁਣ ਜਿਉਂਦਿਆਂ ਤੇ ਨਹੀਂ ਛੱਡੇਗਾ, ਬੈਠਾ ਰਵੇਂਗਾ, ਪਰ ਜਿੱਦਣ ਮੌਤ ਨੂੰ ਪ੍ਰਾਪਤ ਹੋਇਆ ਉਦਣ ਤੈਨੂੰ ਭਾਵੇਂ ਲੱਖਾਂ ਵੀ ਯਤਨ ਤੂੰ ਕਰ ਲੈ ਪਰ ਤੇਰਾ ਮੰਜਾ ਉਦਣ ਕੱਢ ਕੇ ਬਾਹਰ ਰੱਖ ਹੀ ਦੇਣਾ ਹੈ ਘਰ ਤੋਂ। ਉਸ ਵੇਲੇ ਸ਼ਮਸ਼ਾਨ ਨੂੰ ਲੈ ਕੇ ਤੁਰ ਪੈਣਗੇ। ਘਰ ਤਜਿਆ
ਇਹ ਘਰ ਛੱਡਣਾ ਹੀ ਪੈਣਾ ਹੈ, ਅੱਜ ਨਹੀਂ ਤੇ ਕੱਲ, ਭਾਵੇਂ ਜਿਉਂਦਿਆਂ ਛੱਡ ਦਿੱਤਾ ਤੇ ਭਾਵੇਂ ਮਰ ਕੇ। ਰਹਿ ਨਾ ਕੋਈ, ਰੱਬ ਨਾ ਕਰੇ ਕਿਤੇ ਮਰੇ ਬੰਦੇ ਦੀ ਆਤਮਾ ਘਰ ਵਿੱਚ ਦਿਸ ਪਵੇ ਨਾ, ਤੇ ਲੋਕ ਦਰਵਾਜ਼ਿਆਂ ਤੇ ਕਿੱਲ ਠਕਾਉਂਦੇ ਫਿਰਦੇ ਵੀ ਦੁਬਾਰਾ ਨਾ ਕਿਤੇ ਦਿਸ ਪਵੇ। ਜਿਸ ਘਰ ਨੂੰ ਜਫਾ ਪਾ ਕੇ ਬੈਠਾ ਸੀ ਵੀ ਜਾਵਾਂ ਹੀ ਨਾ, ਮਰਨ ਤੋਂ ਬਾਅਦ ਵਿੱਚ ਉਸ ਘਰ ਵਿੱਚ ਤੈਨੂੰ ਪਸੰਦ ਕੋਈ ਨਹੀਂ ਕਰਦਾ ਹੈ। ਸਾਰੇ ਹੀ ਤੇਰੇ ਕੋਲ ਉਸ ਵੇਲੇ ਤੌਬਾ ਕਰਦੇ, ਖਹਿੜਾ ਛਡਾਉਂਦੇ ਵੀ ਇਹ ਚਲੇ ਹੀ ਜਾਵੇ ਕਿਸੇ ਪਾਸੇ। ਐਸੀ ਹਾਲਤ ਹੁੰਦੀ ਹੈ। ਫਿਰ ਫਰਮਾਉਂਦੇ ਹਨ, ਘਰ ਛੱਡਣਾ ਰਹਿ ਨ ਕੋਈ। ਗੁਰਮੁਖੋ ਘਰ ਕੀ ਹੈ? ਘਰ ਇਹ ਸਾਡਾ ਸਰੀਰ ਹੈ। ਇਹ ਸਰੀਰ ਘਰ ਵੀ ਅਸੀਂ ਛੱਡ ਜਾਣਾ ਹੈ। ਇੱਕ ਤੇ ਇੱਟਾਂ ਦਾ ਘਰ ਬਣਿਆ ਜਿੱਥੇ ਜਾ ਕੇ ਆਪਾਂ ਲੰਮੇ ਪੈ ਜਾਂਦੇ, ਉਹ ਤੇ ਘਰ ਛੱਡਣਾ ਹੀ ਹੈ। ਪਰ ਇਹ ਸਾਡਾ ਸਰੀਰ ਵੀ ਇੱਕ ਘਰ ਹੀ ਹੈ ਜਿਹਦੇ ਵਿੱਚ ਅਸੀਂ ਆ ਕੇ ਬੈਠੇ ਹਾਂ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ, ਨਾਨਕ ਸੇ ਦੇਹ ਅਵਨ। ਮਹਾਰਾਜ ਦੀ ਬਾਣੀ ਦਾ ਬਚਨ ਹੈ ਕਿ ਇਹ ਘਰਾਂ ਘਰਾਂ ਦੇ ਵਿੱਚ ਸੱਦਾ ਪੈ ਰਿਹਾ, ਸਰੀਰਾਂ ਰੂਪੀ ਘਰਾਂ ਵਿੱਚ ਸੱਦਾ ਪੈ ਰਿਹਾ। ਜਾਮ ਆਵਾਜ਼ ਮਾਰਦਾ ਪਿਆ, ਚੱਲ ਵੀ ਫਲਾਣਾ ਸਿਆਂ ਤੇਰੀ ਵਾਰੀ ਆ ਗਈ, ਤੈਨੂੰ ਲੈਣ ਆ ਗਏ। ਉਹਦੇ ਸਰੀਰ ਵਿੱਚੋਂ ਆਤਮਾ ਕੱਢ ਕੇ ਲੈ ਕੇ ਜਾਂਦੇ। ਦੂਜੇ ਘਰ ਨੂੰ ਆਵਾਜ਼ ਪੈ ਜਾਂਦੀ ਹੈ, ਚੱਲ ਉਹਦੇ ਵਿੱਚੋਂ ਵੀ ਚੱਲ। ਪਾਤਸ਼ਾਹ ਕਹਿਣ ਲੱਗੇ, ਭਾਈ ਜਿਹੜਾ ਸੱਦਣ ਦਾ ਹੁਕਮ ਦਿੰਦਾ ਪਿਆ ਉਹਨੂੰ ਪ੍ਰਮਾਤਮਾ ਨੂੰ ਚੇਤੇ ਕਰਨਾ ਚਾਹੀਦਾ। ਰੋ ਵਿਚਾਰ ਇਹ ਹੈ। ਪਾਤਸ਼ਾਹ ਕਹਿਣ ਲੱਗੇ, ਸਰੀਰਾਂ ਰੂਪੀ ਘਰ ਵੀ ਛੱਡ ਜਾਣਾ। ਉਸ ਵੇਲੇ ਮਾਤਾ ਜੀ ਹੈਰਾਨ ਹੁੰਦੇ ਪਏ। ਸਤਿਗੁਰੂ ਕਹਿਣ ਲੱਗੇ, ਮਾਤਾ ਜੀ ਕੱਲਾ ਅਸੀਂ ਨਹੀਂ, ਰਾਜਿਆਂ ਨੇ ਵੀ ਸਰੀਰ ਛੱਡ ਜਾਣੇ। ਰਾਜਿਆਂ ਤੋਂ ਅੱਗੇ ਦੇਵਤੇ ਨੇ, ਇੰਦਰ ਵਰਗੇ ਦੇਵਤੇ, ਬਰਮਾ ਵਰਗੇ ਦੇਵਤੇ, ਵਿਸ਼ਨੂੰ ਤੇ ਸ਼ਿਵ ਜੀ ਵਰਗੇ ਦੇਵਤੇ, ਵੱਡੇ ਵੱਡੇ ਪੈਗੰਬਰ ਹੋਏ, ਮੁਹੰਮਦ ਸਾਹਿਬ ਵਰਗੇ। ਸਰੀਰ ਤੇ ਉਹਨਾਂ ਨੇ ਵੀ ਛੱਡ ਕੇ ਦੁਨੀਆ ਤੋਂ ਤੁਰ ਜਾਣਾ ਹੈ। ਪਾਤਸ਼ਾਹ ਦੀ ਬਾਣੀ ਦਾ ਬਚਨ ਆਪਾਂ ਪੜ੍ਹਦੇ ਹਾਂ। ਮਹਾਰਾਜ ਕਹਿਣ ਲੱਗੇ, ਰਹਿਣ ਨਾ ਪਾਵੈ ਸੁਰ ਨਰ ਦੇਵਾ, ਕਰ ਊਠ ਸੁਧਾਰੇ ਕਰ ਮੁਨ ਜਨ ਸੇਵਾ। ਸੋ ਦੁਨੀਆ ਦੇ ਵਿੱਚ ਕੋਈ ਵੀ ਸਦਾ ਰਹਿਣ ਵਾਲਾ ਨਹੀਂ ਹੈ। ਸੋ ਜਿਹੜਾ ਵੀ ਦੁਨੀਆ ਤੇ ਆਇਆ ਹੈ, ਭਾਵੇਂ ਉਹ ਰਾਜਾ ਹੈ, ਭਾਵੇਂ ਮਹਾਰਾਜਾ ਹੈ, ਉਸਨੇ ਦੁਨੀਆ ਤੋਂ ਉਸ ਵੇਲੇ ਚਲੇ ਜਾਣਾ ਹੈ। ਸੋ ਪਾਤਸ਼ਾਹ ਜੀ ਦਾ ਇਹ ਬਚਨ ਆਪਾਂ ਪੜ੍ਹਦੇ ਹਾਂ। ਕਹਿਣ ਲੱਗੇ, ਵੱਡੇ ਵੱਡੇ ਸਰੀਰਾਂ ਵਾਲੇ, ਭਾਵੇਂ ਉਹ ਦੇਵਤੇ ਤੇ ਭਾਵੇਂ ਮਨੁੱਖ ਤੇ ਰਾਜੇ ਨੇ, ਸਾਰਿਆਂ ਨੇ ਦੁਨੀਆ ਤੋਂ ਜਾਣਾ ਹੈ। ਕਿਛ ਖਾਜੈ ਕਿਛ ਧਰ ਜਾਈਐ। ਉਸ ਵੇਲੇ ਸਤਿਗੁਰਾਂ ਦੀ ਜਿਹੜੀ ਸੱਸ ਹੈ ਨਾ, ਉਹ ਮੋਹ ਨਹੀਂ ਛੱਡਦੀ ਪਈ ਹੈ। ਕਹਿਣ ਲੱਗੀ, ਚਲੋ ਪੁੱਤਰ ਮੰਨ ਲਿਆ ਵੀ ਘਰ ਵੀ ਛੱਡ ਜਾਣਾ, ਠੀਕ ਹੈ ਮੰਨ ਲਿਆ, ਪਰ ਜਿਹੜੇ ਆਪਣੇ 735 ਬਚੇ ਨੇ, ਬਕਾਇਆ ਬਚਿਆ ਹੋਇਆ। ਗੁਰਮੁਖੋ ਅੱਜ ਤੇ 735 ਆਪਾਂ ਨੂੰ ਨਿੱਕੀ ਜੀ ਗੱਲ ਲੱਗਦੀ ਹੈ, ਪਰ ਉਹਨਾਂ ਸਮਿਆਂ ਦੇ ਵਿੱਚ 735 ਰੁਪਈਏ ਆਪਾਂ ਲੱਖਾਂ ਦੀ ਰਕਮ ਕਹਿ ਸਕਦੇ ਹਾਂ। ਏਡੀ ਵੱਡੀ ਕੀਮਤ ਮਹਾਰਾਜ ਸਾਹਿਬ ਜੀਆਂ ਦੀ। ਮੋਦੀ ਖਾਨੇ ਵਿੱਚੋਂ ਪੈਸੇ ਬਚੇ, ਪਾਤਸ਼ਾਹ ਕਹਿੰਦੇ ਵੰਡ ਦਿਓ ਗਰੀਬਾਂ ਦੇ ਵਿੱਚ। ਮਾਤਾ ਜੀ ਕਹਿਣ ਲੱਗੇ, ਪੁੱਤਰ ਉਹ 735 ਨਾ ਲੈ ਆਈਏ ਘਰੇ। ਚਲੋ ਜੇ ਤੁਸੀਂ ਨਹੀਂ ਘਰ ਰਹਿਣਾ, ਪਰਿਵਾਰ ਬੱਚੇ ਗੁਜ਼ਾਰਾ ਕਰਨਗੇ, ਸਾਰਿਆਂ ਥਾਵਾਂ ਤੇ ਵਰਤਿਆ ਜਾਏਗਾ ਉਹ ਪੈਸਾ। ਤੇ ਮਹਾਰਾਜ ਕਹਿਣ ਲੱਗੇ, ਕਿਛ ਖਾਜੈ। ਮਾਤਾ ਜੀ ਬਚਨ ਇਹ ਹੈ, ਕੁਝ ਪਦਾਰਥ ਖਾ ਲਈਏ ਤੇ ਕਿਛ ਧਰ ਜਾਈਏ। ਕੁਝ ਪਦਾਰਥ ਇਕੱਠੇ ਕਰਕੇ ਘਰ ਵਿੱਚ ਰੱਖ ਦਈਏ। ਕਾਹਦੇ ਵਾਸਤੇ ਰੱਖੀਏ? ਮਹਾਰਾਜ ਫਰਮਾਉਂਦੇ ਹਨ, ਜੇ ਬਾਹਰ ਦੁਨੀਆ ਆਈਐ। ਕਹਿਣ ਲੱਗੇ, ਜੇ ਦੁਬਾਰਾ ਦੁਨੀਆ ਵਿੱਚ ਆਉਣਾ ਹੋਵੇ ਤੇ ਫਿਰ ਤੇ ਬੰਦਾ ਜੋੜ ਕੇ ਰੱਖੇ ਨਾ, ਵੀ ਮੈਂ ਆ ਕੇ ਦੁਬਾਰਾ ਫਿਰ ਦੁਨੀਆ ਵਿੱਚ ਜਨਮ ਲਵਾਂਗਾ, ਇਹੋ ਹੀ ਪਦਾਰਥ ਮੈਂ ਆ ਕੇ ਛਕਣਾ ਹੈ। ਨਹੀਂ, ਜਿੰਨੇ ਮਰਜ਼ੀ ਡਰਮ ਭਰਦੇ ਦਾਣਿਆਂ ਦੇ, ਜਿੰਨੀਆਂ ਮਰਜ਼ੀ ਮੱਟੀਆਂ ਭਰ ਲੈ ਤੂੰ ਆਟਿਆਂ ਦੀਆਂ, ਵੀ ਮੈਂ ਅੱਜ ਤੇ ਮਰ ਚੱਲਿਆ ਹਾਂ ਤੇ ਕੱਲ ਨੂੰ ਮੈਂ ਜੰਮ ਕੇ ਫਿਰ ਇਹ ਆ ਕੇ ਖਾਵਾਂਗਾ। ਨਹੀਂ, ਪਾਤਸ਼ਾਹ ਕਹਿੰਦੇ ਦੁਬਾਰਾ ਉਸ ਘਰ ਵਿੱਚ ਨਹੀਂ ਆਉਣਾ ਹੈ। ਦੁਬਾਰਾ ਤੇ ਅੱਗੇ ਘਰ ਕੋਈ ਹੋਰ ਨਵਾਂ ਹੀ ਮਿਲੇਗਾ। ਪਤਾ ਨਹੀਂ ਕਿੱਥੇ ਮਿਲ ਜਾਣਾ, ਕਿਹੜੀ ਜੂਨ ਦੇ ਵਿੱਚ ਮਿਲ ਜਾਣਾ, ਕਿਹੜਾ ਜਨਮ ਮਿਲ ਜਾਣਾ ਹੈ। ਕਿਛ ਖਾਜੈ ਕਿਛ ਧਰ ਜਾਈਐ। ਕੁਝ ਲੋਕਾਂ ਦਾ ਵਿਚਾਰ ਇਹ ਹੈ ਵੀ ਆਹ ਜੱਗ ਮਿੱਠਾ ਤੇ ਛਕ ਲਓ ਜਿੰਨਾ ਛਕਿਆ ਜਾਂਦਾ ਹੈ। ਉਹ ਦਿਨੇ ਰਾਤ ਖਾਣ ਵਿੱਚ ਹੀ ਲੱਗੇ ਹੋਏ, ਬਾਜ਼ਾਰਾਂ ਵਿੱਚ, ਰੇਹੜੀਆਂ ਵਿੱਚ, ਦੁਕਾਨਾਂ ਤੇ, ਪੈਲਸਾਂ ਤੇ, ਘਰਾਂ 'ਚ ਹਰ ਵੇਲੇ ਹੱਥ ਵਿੱਚ ਉਹਨਾਂ ਦੇ ਥਾਲੀ ਫੜੀ ਹੁੰਦੀ ਹੈ ਵੀ ਛਕ ਲਓ। ਮੁੜ ਕੇ ਇਹ ਨਹੀਂ ਜੇ ਲੱਭਣਾ ਕੁਝ ਵੀ। ਜਿੰਨਾ ਵੱਧ ਛਕਦਾ ਉਨੀ ਵੱਧ ਬਿਮਾਰੀ ਲੱਗ ਕੇ ਤੇ ਮੁੜ ਕੇ ਬਿਮਾਰ ਹੋ ਕੇ ਫਿਰ ਮਰਨ ਨੂੰ ਵੀ ਛੇਤੀ ਪਹੁੰਚ ਜਾਂਦਾ ਹੈ। ਕਈਆਂ ਲੋਕਾਂ ਦਾ ਵਿਚਾਰ ਹੈ ਵੀ ਖਾ ਲਓ ਜਿੰਨਾ ਖਾਧਾ ਜਾਂਦਾ ਹੈ। ਕਿਹੋ ਜਿਹਾ ਮੌਸਮ ਹੈ, ਪਹਿਲਾਂ ਕਿਹੜਾ ਤੱਤਾ ਪਦਾਰਥ ਖਾਧਾ ਹੈ ਕਿ ਠੰਡਾ ਖਾਧਾ ਹੈ। ਨਹੀਂ, ਫਰੀ ਵਾਲਾ ਮਿਲਦਾ ਪਿਆ ਤੇ ਦੱਬ ਦਿਓ ਕੰਮ ਜਿੰਨਾ ਦੱਬਿਆ ਜਾਂਦਾ। ਤੇ ਮੁੜ ਕੇ ਆਉਂਦਿਆਂ ਫਿਰ ਰਾਜ ਵਿੱਚ ਕਹਿੰਦੇ ਵੀ ਗੱਡੀ ਹੁਣ ਡਾਕਟਰ ਵਾਲੇ ਪਾਸੇ ਵੀ ਲੈ ਹੀ ਚੱਲੋ, ਦਵਾਈ ਲੈ ਕੇ ਹੀ ਘਰ ਚੱਲਾਂਗੇ, ਹੁਣ ਸਰੀਰ ਠੀਕ ਜਿਹਾ ਨਹੀਂ ਲੱਗਦਾ ਪਿਆ ਹੈ। ਪਹਿਲਾਂ ਖਾਣ ਲੱਗਿਆਂ ਕੋਈ ਪਰਹੇਜ਼ ਨਹੀਂ,
ਹੁਣ ਦਵਾਈ ਵਾਲੇ ਪਾਸੇ ਨੂੰ ਤੁਰਿਆ। ਰੋਹ ਵਿਚਾਰ ਇਹ ਹੈ, ਪਾਤਸ਼ਾਹ ਕਹਿਣ ਲੱਗੇ ਕਿੰਨਾ ਕੁ ਖਾ ਲਈਏ, ਕੇਸ਼ ਧਰ ਜਾਈਏ ਤੇ ਕਿੰਨਾ ਕੁ ਜਮ੍ਹਾਂ ਕਰਕੇ ਰੱਖੀਏ ਵੀ ਕੱਲ੍ਹ ਨੂੰ ਫਿਰ ਛਕਣਾ ਹੈ। ਹੁਣ ਕੱਲ੍ਹ ਦਾ ਤੇ ਪਤਾ ਨਹੀਂ ਵੀ ਕੱਲ੍ਹ ਦਾ ਦਿਨ ਆਪਾਂ ਨੂੰ ਮਿਲਣਾ ਹੈ ਕਿ ਨਹੀਂ ਮਿਲਣਾ, ਦੁਬਾਰਾ ਉਸ ਘਰ ਵਿੱਚ ਜਨਮ ਲੈ ਕੇ ਆਉਣਾ ਹੈ ਕਿ ਨਹੀਂ ਆਉਣਾ, ਇਹ ਵੀ ਨਹੀਂ ਪਤਾ ਹੈ। ਫਿਰ ਧਰ ਕੇ ਕਿਉਂ ਜਾਣਾ ਹੈ, ਰੱਖ ਕੇ ਕਿਉਂ ਜਾਣਾ ਹੈ, ਦੁਬਾਰਾ ਕੀ ਪਤਾ ਇਸ ਦੁਨੀਆ ਵਿੱਚ ਆਉਣਾ ਕਿ ਨਹੀਂ ਆਉਣਾ ਹੈ। ਮਹਾਰਾਜ ਫਰਮਾਉਂਦੇ ਹਨ, ਜੇ ਬਹੁੜ ਦੁਨੀਆ ਆਈਐ, ਜੇ ਦੁਬਾਰਾ ਦੁਨੀਆ ਵਿੱਚ ਆਉਣਾ ਹੋਵੇ ਤੇ ਤਾਂ ਹੀ ਵਿਅਕਤੀ ਇਹ ਕੰਮ ਕਰੇ ਨਾ। ਪਾਤਸ਼ਾਹ ਕਹਿਣ ਲੱਗੇ ਇਹ ਜਿਹੜੀ ਦੁਨੀਆ ਹੈ, ਸੰਸਾਰ ਹੈ, ਪਤਾ ਨਹੀਂ ਇਸ ਦੁਨੀਆ ਵਿੱਚ ਕਦੋਂ ਆਉਣਾ ਹੈ ਕਿ ਨਹੀਂ ਆਉਣਾ ਹੈ। ਸੋ ਇਸ ਕਰਕੇ ਇਹ ਦੁਨੀਆ ਨਾਸਵੰਤ ਹੈ। ਫਿਰ ਮਹਾਰਾਜ ਦੁਬਾਰਾ ਦੋਨੇ ਪੰਕਤੀਆਂ ਬਖਸ਼ਦੇ ਹਨ, ਕਿਛ ਖਾਜੈ ਕਿਛ ਧਰ ਜਾਈਐ। ਮਹਾਰਾਜ ਫਿਰ ਕੀ ਕਰਨਾ ਚਾਹੀਦਾ ਹੈ? ਚੰਦੋ ਰਾਣੀ ਨੇ ਪੁੱਛਿਆ, ਚਲੋ ਮਹਾਰਾਜ ਤੁਹਾਡੀਆਂ ਗੱਲਾਂ ਸਾਰੀਆਂ ਠੀਕ, ਪਰ ਦੱਸੋ ਕਰਨਾ ਕੀ ਚਾਹੀਦਾ ਹੈ? ਫਿਰ ਮਹਾਰਾਜ ਕਹਿੰਦੇ ਸਾਡਾ ਬਚਨ ਮੰਨ ਲਓ, ਕਿਛ ਖਾਜੈ, ਖਾ ਲੈਣਾ ਚਾਹੀਦਾ। ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹਨੂੰ ਖਾ ਕੇ ਨਿਬੇੜ ਦਿਓ, ਇਹਨੂੰ ਅਭਾਵ ਕਰ ਦਿਓ। ਨਾ ਕਾਮ ਦੀ ਬਿਰਤੀ ਰਵੇ, ਨਾ ਕ੍ਰੋਧ ਦੀ, ਨਾ ਲੋਭ ਦੀ, ਨਾ ਮੋਹ, ਨਾ ਹੰਕਾਰ ਦੀ। ਇਹਨਾਂ ਵਿਕਾਰਾਂ ਨੂੰ ਖਾਈਏ, ਭਾਵ ਕੇ ਅਭਾਵ ਕਰ ਦਈਏ, ਨਾ ਇਹ ਰਹਿਣਾ ਕਰਨ ਤੇ ਬਖਸ਼ਿਸ਼ ਕਰਦੇ ਹਨ। ਕਿਛ ਧਰ ਜਾਈਐ, ਤੇ ਜਿਹੜਾ ਅੰਤਹਿਕਰਨ ਹੈ, ਅੰਤਹਿਕਰਨ ਰੂਪੀ ਜਗ੍ਹਾ ਦੇ ਵਿੱਚ ਕੁਝ ਨਾਮ ਜਪ ਕੇ ਤੇ ਨਾਮ ਇਕੱਠਾ ਕਰ ਲਈਏ ਨਾ, ਆਪਣੇ ਅੰਦਰ ਨਾਮ ਜਪ ਜਪ ਕੇ ਨਾਮ ਦਾ ਬੋਲ ਪੈਦਾ ਕਰ ਲਈਏ, ਨਾਮ ਦਾ ਢੇਰ ਅੰਤਹਿਕਰਨ ਦੇ ਵਿੱਚ ਰੱਖ ਲੈਣਾ ਕਰੀਏ। ਜੇ ਬਹੁੜ ਦੁਨੀਆ ਆਈਐ, ਉਸ ਵੇਲੇ ਚੰਦੋ ਰਾਣੀ ਕਹਿਣ ਲੱਗੀ, ਮਹਾਰਾਜ ਜੇ ਨਾਮ ਜਪ ਕੇ ਬੋਲ ਕਰ ਲਵਾਂਗੇ, ਇਕੱਠਾ ਕਰ ਲਵਾਂਗੇ, ਫਿਰ ਦੁਨੀਆ ਦੇ ਵਿੱਚ, ਪਾਤਸ਼ਾਹ ਕਹਿਣ ਲੱਗੇ ਫਿਰ ਦੁਨੀਆ ਵਿੱਚ ਆਉਣਾ ਹੀ ਨਹੀਂ ਪਵੇਗਾ। ਬਹੁਰ ਹਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁੱਝ ਸਮਾਵੇਂਗੇ। ਫਿਰ ਦੁਨੀਆ ਵਿੱਚ ਆਉਣਾ ਹੀ ਨਹੀਂ। ਜਿਨ੍ਹਾਂ ਨੇ ਨਾਮ ਜਪਿਆ, ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਜਪਿਆ ਨਾ ਭਾਈ, ਪਾਤਸ਼ਾਹ ਕਹਿਣ ਲੱਗੇ ਬਹੁੜ ਦੁਨੀਆ ਆਈ ਹੈ, ਫਿਰ ਉਹ ਦੁਬਾਰਾ ਦੁਨੀਆ ਵਿੱਚ ਨਹੀਂ ਆਉਂਦੇ, ਜਨਮ ਮਿਲਦਾ ਹੀ ਨਹੀਂ, ਮੁਕਤ ਹੋ ਜਾਂਦੇ ਹਨ। ਸੱਜ ਕਾਇਆ ਪਟ ਹੰਡਾਏ, ਸੱਜ ਤੋਂ ਭਾਵ ਹੈ ਸਵਾਰ ਸਵਾਰ ਕੇ, ਸਜਰੇ ਸਜਰੇ, ਨਵੇਂ ਨਵੇਂ ਕੱਪੜੇ ਪਾ ਕੇ ਸਰੀਰ ਦੇ ਉੱਪਰ ਹੰਡਾਉਂਦਾ ਹੈ। ਸਾਡੀ ਮੱਤ ਸੁਮੱਤ ਇਸ ਤਰ੍ਹਾਂ ਦੀ ਹੈ ਨਾ, ਕਈਆਂ ਦਾ ਵਿਚਾਰ ਤੇ ਹੁੰਦਾ ਵੀ ਚਲੋ ਕੱਪੜਾ ਲੈ ਲਿਆ, ਇਹ ਨਵਾਂ ਕੱਪੜਾ ਆਏ ਗਏ ਤੇ ਕਿਤੇ ਪ੍ਰੋਗਰਾਮ ਤੇ ਪਾਵਾਂਗੇ, ਘਰੇ ਚਲੋ ਆਮ ਸਾਦੇ ਕੱਪੜੇ ਕੁਝ ਲੋਕ ਪਾ ਲੈਂਦੇ, ਪਰ ਕਈਆਂ ਦੀ ਵਿਚਾਰ ਇਹ ਆ ਵੀ ਕੱਪੜਾ ਦੁਕਾਨ ਤੋਂ ਨਵਾਂ ਪਾ ਕੇ ਹੀ ਘਰੇ ਆਉਣਾ, ਵੀ ਲੈ ਲਿਆ, ਲਿਆ ਕਾਹਦੇ ਵਾਸਤੇ ਹੈ? ਛੇਤੀ ਨਾਲ ਨਵਾਂ ਕੱਪੜਾ ਪਾਈਏ, 2-4 ਵਾਰੀ ਪਾਇਆ ਹੁਣ ਦੁਬਾਰਾ ਫਿਰ ਲੈ ਆਈਏ। ਕਈਆਂ ਦਾ ਸੁਭਾਅ ਬਣ ਜਾਂਦਾ ਜ਼ਿੰਦਗੀ ਦੇ ਵਿੱਚ ਸੱਜ ਕੇ ਆਪਣੇ ਸਰੀਰ ਨੂੰ ਸਜਰੇ ਸਜਰੇ, ਨਵੇਂ ਨਵੇਂ ਕੱਪੜੇ ਪਾ ਕੇ, ਸ਼ਿੰਗਾਰ ਕੇ, ਸਵਾਰ ਕੇ ਰੱਖਦਾ ਹੈ। ਕਦੇ ਵੀ ਆਪਣੇ ਜਿਹੜਾ ਹੈ ਤਨ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਕਾਲ, ਕੋਈ ਮਿੱਟੀ, ਕੋਈ ਘਟਾ ਨਹੀਂ ਲੱਗਣ ਦਿੰਦਾ, ਹਰ ਵੇਲੇ ਤਿਆਰ ਬਰ ਤਿਆਰ ਰਹਿਣਾ। ਕਈਆਂ ਦਾ ਸੁਭਾਅ ਬਣ ਜਾਂਦਾ ਹੈ ਨਾ, ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਾਵੇਂ ਉਹ ਕੰਮ ਕਰਨ ਤੇ ਭਾਵੇਂ ਨਾ ਕਰਨ, ਪਰ ਆਪਣੇ ਆਪ ਨੂੰ ਪੂਰਾ ਸਜਾ ਕੇ ਰੱਖਦੇ ਵੀ ਮੈਂ ਸਜਿਆ ਧਜਿਆ ਰਵਾਂ। ਪਾਤਸ਼ਾਹ ਕਹਿਣ ਲੱਗੇ ਸੱਜ ਕਾਇਆ, ਸਰੀਰ ਨੂੰ ਜਿੰਨਾ ਮਰਜ਼ੀ ਸਜਾ ਲਾ ਭਾਈ। ਪਟ ਹੰਡਾਏ, ਪਟ ਨਾਮ ਹੈ ਕੱਪੜੇ ਦਾ, ਸੋਹਣੇ ਸੋਹਣੇ ਕੱਪੜੇ ਪਾ ਕੇ ਵੀ ਹੰਡਾ, ਲੋਕਾਂ ਨੂੰ ਵਿਖਾਉਂਦਾ ਮੇਰੀ ਅਲਮਾਰੀ ਵਿੱਚ ਇੰਨੇ ਸੂਟ ਪਏ, ਇੰਨੇ ਮੈਂ ਸਵਾ ਲਏ ਨੇ, ਇੰਨੇ ਮੈਂ ਸਵਾਉਣ ਵਾਸਤੇ ਦਰਜੀ ਨੂੰ ਬੁੱਕ ਕਰੀ ਬੈਠਾ ਹਾਂ, ਇੰਨੇ ਅਜੇ ਬਾਅਦ ਵਿੱਚ ਫਿਰ ਮੈਂ ਸਵਾਉਣੇ ਨੇ। ਪਾਤਸ਼ਾਹ ਕਹਿਣ ਲੱਗੇ ਭਾਈ ਇਹਨਾਂ ਵਸਤਰਾਂ ਨੂੰ ਲੈ ਲੈ ਕੇ ਹੰਡਾਉਂਦਾ, ਫਿਰ ਬਖਸ਼ਦੇ ਹਨ। ਸੱਜ ਕਾਇਆ ਪਟ ਹੰਡਾਏ, ਸਰੀਰ ਦੇ ਉੱਪਰ ਕੱਪੜਿਆਂ ਨੂੰ ਸਜਾ ਕੇ ਅੰਜਨ ਮੰਜਨ ਕਰਦਾ ਹੈ। ਅੰਜਨ ਤੋਂ ਭਾਵ ਹੈ ਸੁਰਮਾ ਪਾਉਣਾ, ਅੱਖਾਂ ਦੇ ਵਿੱਚ ਵੀ ਸੁਰਮੇ ਬਿਨਾਂ ਸ਼ਿੰਗਾਰ ਨਹੀਂ ਪੂਰਾ ਹੁੰਦਾ ਹੈ। ਮਹਿੰਦੀ ਲਾ ਲਵਾਂ ਹੱਥਾਂ ਤੇ, ਮਹਿੰਦੀ ਬਿਨਾਂ ਸ਼ਿੰਗਾਰ ਪੂਰਾ ਨਹੀਂ ਹੁੰਦਾ ਹੈ। ਤੇ ਮੰਜਨ ਜਿਹੜਾ ਹੈ ਵੀ ਦੰਦ ਚਿੱਟੇ ਕਰਨ ਵਾਸਤੇ ਮੰਜਨ ਕਰ ਲਵਾਂ। ਮਹਾਰਾਜ ਕਹਿਣ ਲੱਗੇ ਸਰੀਰ ਨੂੰ ਸਜਾਉਣ ਵਾਸਤੇ ਅੰਜਨ ਮੰਜਨ ਕਰਦਾ ਹੈ। ਅੰਜਨ ਤੋਂ ਭਾਵ ਸੁਰਮਾ ਇਤਿਆਦਿਕ ਸ਼ਿੰਗਾਰ ਲਾਉਣੇ ਆਪਣੇ ਸਰੀਰ ਦੇ ਉੱਪਰ, ਅਤਰ ਫਲੈਲ ਲਾ ਲੈਣਾ, ਇਸੇ ਤਰ੍ਹਾਂ ਹੋਰ ਮਹਿੰਦੀਆਂ ਵਗੈਰੀਆਂ, ਗਹਿਣਾ ਗੱਟਾ ਵਗੈਰਾ ਪਾ ਲੈਣਾ। ਤੇ ਮੰਜਣ ਤੋਂ ਭਾਵ ਹੈ ਵੀ ਦੰਦ ਆਪਣੇ ਲਿਸ਼ਕਾ ਕੇ ਸੋਹਣੇ ਰੇਸ਼ਮੀ ਕੱਪੜੇ ਪਾ ਕੇ ਰੱਖਦਾ ਹੈ। ਫਰਮਾਇਸ਼ ਬਹੁਤ ਚਲਾਏ, ਫਿਰ ਫਰਮਾਇਸ਼ ਬੜੀ ਚਲਾਉਂਦਾ ਬੈਠਾ ਹੋਇਆ, ਉਹ ਫਲਾਣਿਆ ਮੈਂ ਬੜੇ ਸੋਹਣੇ ਕੱਪੜੇ ਪਾ ਲਏ, ਹੁਣ ਮੈਂ ਕੰਮ ਨਹੀਂ ਕਰ ਸਕਦਾ। ਜਿਹੜਾ ਹੁਣ ਸੋਹਣੇ ਕੱਪੜੇ ਪਾਵੇਗਾ ਕੰਮ ਥੋੜੀ ਕਰੇਗਾ, ਹੁਣ ਮੇਰੇ ਤੋਂ ਕੰਮ ਨਹੀਂ ਹੁੰਦਾ।
ਜਾਂ ਮੇਰੇ ਵਾਸਤੇ ਪਾਣੀ ਦਾ ਗਲਾਸ ਲੈ ਕੇ ਆ। ਪਾਣੀ ਦਾ ਗਲਾਸ ਆ ਗਿਆ, ਜਾਂ ਹੁਣ ਦੁੱਧ ਦਾ ਗਲਾਸ ਵੀ ਨਾਲ ਭਾਰੀ ਲਿਆ, ਬੈਠਾ ਇਹ ਵੀ ਛਕ ਹੀ ਲਵਾਂ। ਉਸ ਵੇਲੇ ਫਿਰ ਸੋਹਣੇ ਕੱਪੜੇ ਪਾ ਲੈਂਦਾ, ਮਹਿੰਗੇ ਜੁੱਤੇ ਪਾ ਲੈਂਦਾ। ਹੁਣ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੈ। ਕੰਮ ਕਰਾਂਗਾ ਕੱਪੜੇ ਨੂੰ ਵੱਟ ਪਵੇਗਾ, ਕਿਤੇ ਉੱਠ ਕੇ ਜਾਵਾਂਗਾ ਤੇ 4 ਕਦਮਾਂ ਤੁਰਨਾ ਪਵੇਗਾ। ਫਿਰ ਬੈਠਾ ਹੀ ਹੁਕਮ ਚਲਾਈ ਜਾਂਦਾ ਹੈ। ਹੁਣ ਆ ਲਿਓ ਮੇਰੇ ਖਾਣ ਵਾਸਤੇ। ਆਪਾਂ ਵੇਖਦੇ ਨਾ ਪੈਲਸ ਦੇ ਅੰਦਰ ਵਿਆਹ ਰੱਖਿਆ ਹੋਇਆ, ਬੈਠਾ ਪੂਰਾ ਟੇਬਲ ਭਰਿਆ ਹੈ ਰਾਸ਼ਨ ਦਾ, ਫਿਰ ਵੀ ਕਹਿੰਦਾ ਬਹਿਰੇ ਨੂੰ ਵੀ ਮੇਰੇ ਕੋਲ ਹੀ ਖਲੋਤਾ ਰਹਿ, ਜਿੰਨਾ ਚਿਰ ਮੇਰੇ ਮੂੰਹ ਦੇ ਵਿੱਚੋਂ ਬਾਹਰ ਨਹੀਂ ਨਾ ਨਿਕਲੇਗਾ ਰਾਸ਼ਨ, ਉਹਨਾਂ ਚਿਰ ਤੂੰ ਮੈਨੂੰ ਛੱਡ ਕੇ ਜਾਣਾ ਨਹੀਂ ਹੈ। ਉੱਥੇ ਬੈਠਾ ਹੀ ਫਿਰ ਫਰਮਾਇਸ਼ਾਂ ਚਲਾਉਂਦਾ ਹੈ। ਐਸੀ ਹਾਲਤ ਬਣ ਗਈ ਹੈ। ਕਰ ਸੇਜ ਸੁਖਾਲੀ ਹੋਤ ਸੋਵੈ। ਜਦੋਂ ਬਹੁਤਾ ਰਾਸ਼ਨ ਖਾ ਲੈਂਦਾ ਫਿਰ ਕਹਿਣ ਲੱਗਾ ਵੀ ਹੁਣ ਧਰਤੀ ਤੇ ਲੰਮੇ ਨਹੀਂ ਪਿਆ ਜਾਣਾ ਹੈ, ਮੇਰੇ ਵਾਸਤੇ ਸੋਹਣਾ ਜਿਹਾ ਸੇਜਾ ਲੈ ਕੇ ਆਓ, ਸੋਹਣਾ ਆਰਾਮ ਕਰਨ ਵਾਸਤੇ ਪਲੰਘ ਹੋਵੇ, ਪਲੰਘ ਦੇ ਉੱਪਰ ਵਧੀਆ ਜਿਹਾ ਗੱਦਾ ਹੋਵੇ ਤੇ ਫਿਰ ਉਹਦੇ ਉੱਤੇ ਜਾ ਕੇ ਮੈਂ ਸੌਂ ਜਾਵਾਂ ਤੇ ਫਿਰ ਮੈਨੂੰ ਸੁੱਤੇ ਨੂੰ ਕੋਈ ਨਾ ਉਠਾਵੇ। ਸੋ ਜਿੰਨਾ ਰਾਸ਼ਨ ਵੱਧ ਖਾਧਾ ਹੈ ਉਨੀ ਫਿਰ ਨੀਂਦ ਵੀ ਬਾਅਦ ਵਿੱਚ ਬਹੁਤੀ ਆਈ ਹੈ। ਪਾਤਸ਼ਾਹ ਕਹਿਣ ਲੱਗੇ ਕਰ ਸੇਜ ਸੁਖਾਲੀ ਸੋਵੈ। ਬੜੀ ਸੋਹਣੀ ਫਿਰ ਸੇਜਾ ਪਲੰਘੇ ਦੇ ਉੱਪਰ ਮਖਮਲੀ ਗੱਦਾ ਲੈ ਕੇ ਆਉਂਦਾ ਹੈ। ਦੁਕਾਨਦਾਰ ਨੂੰ ਕਹਿੰਦਾ ਵੀ ਗੱਦਾ ਵੀ ਉਹ ਹੋਵੇ ਜਿਹਦੇ ਵਿੱਚ ਸਪਰਿੰਗ ਲੱਗੇ ਹੋਣ, ਮੈਨੂੰ ਲੰਮੇ ਪਿਆਂ ਵੀ ਹੂਟੇ ਮਾਟੇ ਹੁੰਦੇ ਹੀ ਰਹਿਣ ਗੱਦੇ ਦੇ ਉੱਪਰ, ਇਹੋ ਜਿਹਾ ਗੱਦਾ ਲਿਆ ਕੇ ਦਿਓ ਤਾਂ ਕਿ ਸੁੱਤਾ ਹੀ ਰਵਾਂ, ਉੱਠਣ ਦੀ ਲੋੜ ਹੀ ਨਾ ਪਵੇ। ਇਸ ਤਰ੍ਹਾਂ ਦੀ ਹਾਲਤ ਵਿੱਚ ਪੈ ਗਿਆ ਹੈ। ਬੜੀਆਂ ਸੋਹਣੀਆਂ ਸੇਜਾਂ ਬਣਾ ਕੇ ਉਹਦੇ ਉੱਪਰ ਜਾ ਕੇ ਸੌਂਦਾ ਹੈ। ਹੱਥੀ ਪਾਉਂਦੀ ਕਾਹੇ ਰੋਵੈ। ਮਹਾਰਾਜ ਕਹਿਣ ਲੱਗੇ ਹੱਥੀ ਪਾਉਂਦੀ, ਜਦੋਂ ਜਮਾ ਨੇ ਆ ਕੇ ਹੱਥ ਪਾਇਆ ਨਾ ਪਲੰਘ ਦੇ ਉੱਪਰ ਸੁੱਤੇ ਨੂੰ, ਤੇ ਉਸ ਵੇਲੇ ਇਹਨੇ ਛੁੱਟਣ ਦਾ ਫਿਰ ਯਤਨ ਕਰਨਾ, ਲੱਤਾਂ ਬਾਹਾਂ ਫਿਰ ਬੜੀਆਂ ਮਾਰਦਾ ਹੈ ਕਿ ਜਮਾ ਕੋਲੋਂ ਛੁੱਟ ਜਾਵਾਂ। ਪਰ ਮਹਾਰਾਜ ਕਹਿੰਦੇ ਉਨੀ ਤਕੜੇ ਪਾਏ ਹੱਥ, ਜਮ ਫਿਰ ਹੱਥ ਵੀ ਇਹੋ ਜਿਹਾ ਤਗੜਾ ਪਾਉਂਦੇ, ਜਿੰਨੀਆਂ ਮਰਜ਼ੀ ਲੱਤਾਂ ਬਾਹਾਂ ਮਾਰ ਕੇ ਛੁੱਟਣ ਦਾ ਯਤਨ ਕਰੀ, ਆਪਣੇ ਪੁੱਤਰਾਂ ਭਰਾਵਾਂ ਨੂੰ ਆਵਾਜ਼ਾਂ ਮਾਰਨ ਦਾ ਵੀ ਯਤਨ ਕਰੇਗਾ, ਗਲ ਵਿੱਚੋਂ ਆਵਾਜ਼ ਨਿਕਲਣ ਨਹੀਂ ਦੇਣੀ, ਉਹਨਾਂ ਨੇ ਸੰਗੀ ਤੋਂ ਆ ਕੇ ਫੜ ਲੈਣਾ ਹੈ। ਫਿਰ ਕਾਹੇ ਰੋਵੈ, ਫਿਰ ਰੋਵੇਗਾ ਹਾਏ ਮਰ ਗਿਆ ਬਚਾਓ ਮੈਨੂੰ ਜਮਾ ਤੋਂ। ਉਸ ਵੇਲੇ ਤੇਰਾ ਕਿਸੇ ਨੇ ਰੋਣਾ ਵੀ ਨਹੀਂ ਸੁਣਨਾ ਹੈ। ਪਾਤਸ਼ਾਹ ਕਹਿਣ ਲੱਗੇ ਪਹਿਲਾਂ ਖਾਈ ਗਿਆ, ਫਿਰ ਮੰਜੇ ਤੇ ਚੜ੍ਹ ਕੇ ਸੋਈ ਗਿਆ, ਫਿਰ ਇੱਕ ਸਮਾਂ ਮੌਤ ਦਾ ਵੀ ਤੇ ਆ ਜਾਣਾ ਹੈ। ਜਦੋਂ ਮੌਤ ਵਾਸਤੇ ਜਮ ਆ ਗਿਆ ਲੈਣ, ਹੱਥੀ ਪਾਉਂਦੀ ਕਾਹੇ ਰੋਵੈ। ਜਦੋਂ ਅੰਤ ਵੇਲੇ ਜਮਾ ਨੇ ਤੇਰੇ ਪੈਰਾਂ ਦੇ ਵਿੱਚ ਹੱਥੀ ਕਹੀਏ ਬੇੜੀਆਂ ਪਾਈਆਂ ਨਾ ਆ ਕੇ ਤੈਨੂੰ ਬੱਧਾ ਨਾ ਲੈਣ ਵਾਸਤੇ, ਫਿਰ ਕਾਹੇ ਰੋਵੈ, ਫਿਰ ਤੂੰ ਰੋਵੇਂਗਾ ਕਿ ਮੈਨੂੰ ਬਚਾਓ ਮੈਨੂੰ ਬਚਾਓ। ਫਿਰ ਤੇਰਾ ਰੋਣਾ ਨਹੀਂ ਕਿਸੇ ਨੇ ਸੁਣਨਾ ਹੈ। ਮਹਾਰਾਜ ਫਿਰ ਫਰਮਾਉਂਦੇ ਹਨ ਕਰ ਸੇਜ ਸੁਖਾਲੀ ਸੋਵੈ, ਹੱਥੀ ਪਾਉਂਦੀ ਕਾਹੇ ਰੋਵੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਜਿਸ ਵੇਲੇ ਰੋਵੇਗਾ ਨਾ ਜਮਾ ਦੇ ਅੱਗੇ ਵੀ ਹਾਏ ਮੈਨੂੰ ਛੱਡ ਦਿਓ ਮੈਨੂੰ ਛੱਡ ਦਿਓ ਮੈਨੂੰ ਨਾ ਮਾਰੋ, ਉਸ ਵੇਲੇ ਜਮਾ ਨੇ ਕਹਿਣਾ ਹੈ ਕਿਉਂ ਰੋਂਦਾ ਹੈ, ਹੁਣ ਤਗੜਾ ਹੋ, ਪਹਿਲਾਂ ਖਾਣ ਲੱਗਿਆਂ ਤੇ ਖਾਈ ਗਿਆ ਹੈ, ਸੌਣ ਲੱਗਿਆਂ ਸੁੱਤਾ ਰਿਹਾ ਹੈ, ਜਦੋਂ ਤੈਨੂੰ ਮੌਕਾ ਦਿੱਤਾ ਸੀ ਨਾਮ ਜਪਣ ਦਾ ਉਦੋਂ ਤੇ ਜਪਿਆ ਨਹੀਂ, ਹੁਣ ਤੇ ਤੇਰਾ ਸਮਾਂ ਹੋ ਗਿਆ ਹੈ, ਹੁਣ ਤੇ ਤੈਨੂੰ ਲੈ ਕੇ ਜਾਣਾ ਹੈ। ਕਾਹੇ ਰੋਵੇਂ, ਰੋਂਦਾ ਕਿਉਂ ਹੈ, ਹੁਣ ਤੇਰਾ ਰੋਇਆ ਅਸੀਂ ਨਹੀਂ ਸੁਣਨਾ ਹੈ। ਉਸ ਵੇਲੇ ਇਸ ਤਰ੍ਹਾਂ ਫਿਰ ਜਮ ਅੱਗੋਂ ਕਹਿਣਗੇ, ਫਿਰ ਫਰਮਾਉਂਦੇ ਹਨ ਹੱਥੀ ਪਾਉਂਦੀ ਕਾਹੇ ਰੋਵੈ। ਸੋ ਮਹਾਰਾਜ ਕਹਿਣ ਲੱਗੇ ਇਹ ਜਿਹੜੀ ਮਨੁੱਖਾ ਦੇਹ ਦੀ ਪ੍ਰਾਪਤੀ ਹੋਣ ਕਰਕੇ ਤੇਰਾ ਹੱਥੀ ਪਾਉਂਦੀ, ਤੇਰਾ ਹੱਥ ਪੈ ਰਿਹਾ ਹੈ, ਭਾਵ ਇਸ ਮਨੁੱਖ ਜਨਮ ਦੇ ਵਿੱਚ ਤੂੰ ਜੋ ਚਾਹੇ ਉਹ ਕਰ ਸਕਦਾ ਹੈ। ਹੱਥੀ ਪਾਉਂਦੀ ਤੋਂ ਭਾਵ ਇਹ ਹੈ ਕਿ ਮਨੁੱਖ ਜਨਮ ਦੇ ਵਿੱਚ ਜਿਹੜੀ ਚੀਜ਼ ਨੂੰ ਹੱਥ ਪਾਵੇਂਗਾ ਨਾ ਉਹ ਤੂੰ ਕਰ ਸਕਦਾ ਹੈ। ਮੰਨ ਲਓ ਵੀ ਤੇਰਾ ਮਨ ਕਰੇ ਵੀ ਸੰਗਤ ਵਿੱਚ ਜਾਣਾ ਹੈ, ਤੈਨੂੰ ਕੋਈ ਰੋਕ ਤਾਂ ਨਹੀਂ ਨਾ ਸਕਦਾ, ਜਦੋਂ ਮਰਜ਼ੀ ਸੰਗਤ ਵਿੱਚ ਬੈਠ ਜਾ। ਤੇਰਾ ਮਨ ਕਰੇ ਮੈਂ ਪਾਠ ਕਰਨਾ ਹੈ, ਉਸੇ ਵੇਲੇ ਪਾਠ ਵੀ ਕਰ ਸਕਦਾ ਹੈ। ਤੇਰਾ ਮਨ ਕਰੇ ਮੈਂ ਸੇਵਾ ਕਰਨੀ ਹੈ, ਸੇਵਾ ਵੀ ਕਰ ਸਕਦਾ ਹੈ। ਜਿਹੜੀ ਚੀਜ਼ ਨੂੰ ਹੱਥ ਪਾਉਣ ਨੂੰ ਜੀ ਕਰੇਗਾ, ਸਤ ਸੰਗਤ ਕਰਨੀ, ਨਾਮ ਜਪਣਾ, ਸੇਵਾ ਕਰਨੀ, ਸਿਮਰਨ ਕਰਨਾ, ਭਲਾ ਕਰਨਾ, ਪਰਉਪਕਾਰ ਕਰਨਾ, ਤੈਨੂੰ ਕੋਈ ਰੋਕ ਨਹੀਂ ਸਕੇਗਾ। ਕਹਿਣਗੇ ਚਲੋ ਭਾਈ ਕਰੋ, ਚੰਗਾ ਕੰਮ ਹੈ, ਪਰ ਰੱਬ ਨਾ ਕਰੇ ਤੂੰ ਕਿਤੇ ਪਸ਼ੂ ਬਣ ਜਾਵੇਂ। ਹੁਣ ਪਸ਼ੂ ਤੇ ਨਹੀਂ ਨਾ ਆ ਕੇ ਕਹਿ ਸਕਦਾ ਮੈਨੂੰ ਸੰਗਤ ਵਿੱਚ ਬੈਠਣ ਦਾ ਸਮਾਂ ਦੇ ਦਿਓ, ਮੈਂ ਹੁਣ ਜਾ ਕੇ ਝਾੜੂ ਫੇਰ ਲਵਾਂ, ਮੈਂ ਬਰਤਨ ਮਾਜ ਲਵਾਂ, ਮੈਂ ਸਿਮਰਨ ਕਰ ਲਵਾਂ। ਉਹਨਾਂ ਦੂਜੇ ਜਨਮਾਂ ਦੇ ਵਿੱਚ ਤੇਰਾ ਹੱਥ ਨਹੀਂ ਪੈਣਾ ਹੈ ਰੱਬ ਦੀ ਬੰਦਗੀ ਕਰਨ ਵਾਸਤੇ। ਇਹ ਮਨੁੱਖਾ ਜਨਮ ਦੇ ਵਿੱਚ ਹੀ ਤੇਰਾ ਬੰਦਿਆ ਹੱਥ ਪੈਣਾ ਹੈ ਬੰਦਗੀ ਨੂੰ, ਇਸੇ ਮਨੁੱਖਾ ਜਨਮ ਦੇ ਵਿੱਚ ਹੱਥ ਪੈਣਾ ਸੇਵਾ ਨੂੰ। ਪਾਤਸ਼ਾਹ ਕਹਿਣ ਲੱਗੇ ਭਾਈ ਇਸ ਕਰਕੇ ਹੱਥੀ ਪਾਉਂਦੀ
ਇਸ ਵੇਲੇ ਤੇਰਾ ਹੱਥ ਪੈ ਰਿਹਾ ਹੈ ਸੇਵਾ ਸਿਮਰਨ ਨੂੰ, ਸਤ ਸੰਗਤ ਨੂੰ। ਜਿੱਧਰ ਨੂੰ ਹੱਥ ਪਾਉਣਾ ਪਾ ਲਾ, ਤੇਰਾ ਭਲਾ ਹੋ ਜਾਏਗਾ। ਪਰ ਜੇ ਤੂੰ ਹੁਣ ਸੰਗਤ ਵੀ ਨਹੀਂ ਕਰ ਸਕਦਾ, ਨਾਮ ਵੀ ਨਹੀਂ ਜਪ ਸਕਦਾ, ਸੇਵਾ ਵੀ ਨਹੀਂ ਕਰ ਸਕਦਾ, ਹੱਥ ਪਾਉਣਾ ਹੀ ਨਹੀਂ ਚਾਹੁੰਦਾ, ਤੇ ਪਾਤਸ਼ਾਹ ਫਰਮਾਉਂਦੇ ਹਨ ਕਾਹੇ ਰੋਵੈ। ਤੇ ਬਾਅਦ ਵਿੱਚ ਤੂੰ ਰੋਵੇਂ ਜਦੋਂ ਬੁੱਢਾ ਹੋ ਜਾਵੇਂ 100 ਸਾਲ ਦਾ। ਫਿਰ ਕਹਿੰਦਾ ਪੁੱਤਰ ਆਖੇ ਨਹੀਂ ਲੱਗਦੇ, ਪੋਤਰੇ ਵੀ ਆਖੇ ਨਹੀਂ ਲੱਗਦੇ, ਮੈਨੂੰ ਗਾਲਾਂ ਦਿੰਦੇ, ਮੈਨੂੰ ਰੋਟੀ ਨਹੀਂ ਮਿਲਦੀ ਹੈ, ਮੇਰੇ ਦੰਦ ਨਹੀਂ ਕੰਮ ਕਰਦੇ, ਅੱਖਾਂ ਨਹੀਂ ਕੰਮ ਕਰਦੀਆਂ, ਹੁਣ ਮੇਰੇ ਪੈਰ ਵੀ ਕੰਮ ਨਹੀਂ ਕਰਦੇ, ਕੰਨਾਂ ਤੋਂ ਸੁਣਿਆ ਨਹੀਂ ਜਾਂਦਾ, ਹਾਏ ਮੈਂ ਮਰ ਗਿਆ, ਹਾਏ ਮੈਨੂੰ ਦਰਦ ਹੁੰਦੀ ਹੈ, ਹਾਏ ਮੈਨੂੰ ਬਚਾ ਲਓ, ਮੈਨੂੰ ਲੈ ਜਾਓ ਕਿਸੇ ਡਾਕਟਰ ਦੇ ਕੋਲ। ਹੁਣ ਮੰਜੇ 'ਤੇ ਪਿਆ ਰੋਂਦਾ ਹੈ, ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਕਰਦਾ ਪਿਆ ਹੈ। ਪਾਤਸ਼ਾਹ ਕਹਿਣ ਲੱਗੇ ਕਾਹੇ ਰੋਵੈ, ਹੁਣ ਕਿਉਂ ਰੋਂਦਾ ਹੈ? ਹੁਣ ਜਿਵੇਂ ਦੇ ਕਰਮ ਕੀਤੇ ਨੇ ਉਵੇਂ ਦਾ ਫਲ ਤੈਨੂੰ ਭੋਗਣਾ ਪੈਣਾ ਹੈ। ਘਰ ਘੁੰਮਣ ਵਾਣੀ ਭਾਈ। ਮਹਾਰਾਜ ਕਹਿਣ ਲੱਗੇ ਇਹ ਜਿਹੜਾ ਤੇਰਾ ਘਰ ਹੈ ਨਾ, ਜਿਹਦੇ ਵਿੱਚ ਆਪਾਂ ਰਹਿੰਦੇ ਪਏ, ਇਹ ਘਰ ਘੁੰਮਣ ਘੇਰੀ ਹੈ, ਪਾਣੀ ਵਿੱਚ ਘੁੰਮਣ ਘੇਰੀ ਪੈਂਦੀ ਹੈ ਨਾ। ਪਾਣੀ ਗੋਲ ਗੋਲ ਘੁੰਮ ਕੇ ਜਿਹੜਾ ਉਸ ਘੁੰਮਣ ਘੇਰੀ ਵਿੱਚ ਪੈ ਜਾਵੇ, ਪਾਣੀ ਉਹਨੂੰ ਖਿੱਚ ਕੇ ਥੱਲੇ ਲੈ ਜਾਂਦਾ ਹੈ। ਘੁੰਮਣ ਘੇਰੀ ਵਿੱਚੋਂ ਨਿਕਲਣਾ ਬੜਾ ਔਖਾ ਹੈ। ਪਾਤਸ਼ਾਹ ਕਹਿੰਦੇ ਬੰਦਿਆ ਤੇਰਾ ਜਿਹੜਾ ਘਰ ਹੈ ਨਾ, ਇਹ ਵੀ ਘੁੰਮਣ ਘੇਰੀ ਹੈ। ਕਦੇ ਆਪਾਂ ਨਿਕਲ ਸਕਦੇ ਹਾਂ? ਸਵੇਰੇ ਆਖੀਦਾ ਵੀ ਆ ਛੇਤੀ ਨਾਲ ਭਾਂਡੇ ਮਾਂਜ ਕੇ ਕੰਮ ਮੁਕਾ ਲਈਏ, ਹੋਰ 10 ਮਿੰਟਾਂ ਨੂੰ ਹੋਰ ਕੋਈ ਨਾ ਕੋਈ ਪੰਗਾ ਨਵਾਂ ਹੀ ਨਿਕਲ ਆਉਂਦਾ ਵੀ ਆਹ ਵੀ ਕਰਨਾ ਪੈਣਾ ਹੈ। ਉਹ ਮੁਕਾ ਕੇ ਵਿਹਲੇ ਹੋਈਦਾ, ਉਹਨੇ ਚਿਰ ਨੂੰ ਬੱਚਿਆਂ ਦੀ ਰੋਟੀ ਖਾਣ ਦਾ ਟਾਈਮ ਹੋ ਗਿਆ, ਕਦੇ ਝਾੜੂ ਫੇਰਨ ਦਾ ਟਾਈਮ ਹੋ ਗਿਆ, ਕਦੇ ਕੱਪੜੇ ਧੋਣ ਦਾ ਟਾਈਮ ਹੋ ਗਿਆ ਹੈ, ਕਦੇ ਕਿਸੇ ਦੀ ਮਰਗ 'ਤੇ ਜਾਣਾ, ਕਦੇ ਕਿਸੇ ਦੀ ਖੁਸ਼ੀ 'ਤੇ ਜਾਣਾ ਹੈ। ਇਹ ਘਰ ਦੀ ਘੁੰਮਣ ਘੇਰੀ ਹੈ, ਇਹਦੇ ਵਿੱਚੋਂ ਨਿਕਲਿਆ ਹੀ ਨਹੀਂ ਜਾਂਦਾ। ਬੰਦਾ ਯਤਨ ਤੇ ਕਰਦਾ ਹੈ, ਜਿਵੇਂ ਘੁੰਮਣ ਘੇਰੀ ਖਿੱਚ ਕੇ ਥੱਲੇ ਨੂੰ ਲੈ ਜਾਂਦੀ ਹੈ, ਐਸੇ ਤਰ੍ਹਾਂ ਇਹ ਜਿਹੜਾ ਘਰ ਹੈ ਬੰਦਿਆ ਜੰਜਾਲ, ਇਹ ਵੀ ਤੈਨੂੰ ਖਿੱਚ ਖਿੱਚ ਕੇ ਥੱਲੇ ਹੀ ਲੈ ਕੇ ਆਉਂਦੇ ਵੀ ਤੈਨੂੰ ਜਨਮਾਂ ਵਿੱਚੋਂ ਨਿਕਲ ਨਹੀਂ ਦੇਣਾ ਹੈ। ਇਸ ਤਰ੍ਹਾਂ ਇਹ ਘਰ ਵੀ ਤੇਰਾ ਘੁੰਮਣ ਘੇਰੀ ਵਰਗਾ ਹੀ ਹੈ। ਕਦੇ ਬੰਦਾ ਘਰ ਦੇ ਕੰਮਾਂ ਤੋਂ ਮੁਕਤ ਨਹੀਂ ਹੋ ਸਕਦਾ। ਨੌਕਰੀ ਤੇ ਹੋ ਸਕਦਾ ਬੰਦਾ ਸੇਵਾ ਮੁਕਤ ਹੋ ਜਾਵੇ, ਪਰ ਕਦੇ ਘਰ ਦੇ ਕੰਮ ਤੋਂ ਸੇਵਾ ਮੁਕਤ ਕੋਈ ਨਹੀਂ ਹੋਇਆ। ਬੀਬੀਆਂ ਮਾਈਆਂ ਬਜ਼ੁਰਗ ਜਿਹੜੇ ਨੇ ਸਾਰੀ ਉਮਰ ਕੰਮ ਕਰਦਿਆਂ ਕਰਦਿਆਂ ਉਮਰਾਂ ਲੰਘ ਗਈ, ਪਰ ਘਰ ਦੇ ਕੰਮ ਤੋਂ ਸੇਵਾ ਮੁਕਤ ਨਹੀਂ ਹੋਇਆ ਹੀ ਨਹੀਂ ਜਾਂਦਾ। ਇਹ ਘਰ ਦੀ ਐਸੀ ਘੁੰਮਣ ਘੇਰੀ ਹੈ, ਜਿਹੜਾ ਵਿੱਚ ਫਸ ਗਿਆ ਨਿਕਲਿਆ ਨਹੀਂ ਜਾਂਦਾ। ਫਿਰ ਫਰਮਾਉਂਦੇ ਹਨ ਘਰ ਘੁੰਮਣ ਵਾਣੀ ਭਾਈ। ਮਹਾਰਾਜ ਕਹਿਣ ਲੱਗੇ ਘਰ ਕਹੀਏ ਸੰਸਾਰ, ਇਹ ਸੰਸਾਰ ਵੀ ਘੁੰਮਣ ਘੇਰੀ ਹੈ। ਘੁੰਮਣ ਘੇਰੀ ਕੀ ਹੈ? ਇੱਕ ਜਨਮ ਵਿੱਚ ਆਏ ਆ, ਇੱਥੋਂ ਨਿਕਲਾਂਗੇ ਮੁੜ ਕੇ ਦੂਜੇ 'ਚ ਵੜ ਜਾਵਾਂਗੇ, ਦੂਜੇ 'ਚੋਂ ਨਿਕਲਾਂਗੇ ਤੀਜੇ 'ਚ ਵੜ ਜਾਵਾਂਗੇ। ਸੰਸਾਰ ਤੇ ਮੁੱਕਦਾ ਹੀ ਨਹੀਂ, ਨਾ ਸੰਸਾਰ ਦੇ ਜਨਮ ਮੁੱਕਦੇ। ਇਹ ਵੀ ਤੇ ਘੁੰਮਣ ਘੇਰੀ ਬਣੀ ਹੋਈ ਹੈ, ਵਾਰ-ਵਾਰ ਇੱਕ ਜਨਮ ਤੋਂ ਦੂਜਾ, ਦੂਜੇ ਤੋਂ ਤੀਜਾ, ਤੀਜੇ ਤੋਂ ਚੌਥਾ। ਇਹ ਘੁੰਮਣ ਘੇਰੀ ਸੰਸਾਰ ਤੋਂ ਨਿਕਲਣਾ ਬੜਾ ਔਖਾ ਹੈ। ਪਾਪ ਪੱਥਰ ਤਰਨ ਨ ਜਾਈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਇਹ ਘੁੰਮਣ ਵਾਣੀ ਭਾਈ, ਸੋ ਬਚਨ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ, ਘਰ ਘੁੰਮਣ ਵਾਣੀ ਭਾਈ। ਪਾਤਸ਼ਾਹ ਕਹਿਣ ਲੱਗੇ ਬੰਦਿਆ ਇਹ ਜਿਹੜਾ ਤੇਰਾ ਸਰੀਰ ਹੈ ਨਾ, ਮਨੁੱਖਾ ਜਨਮ ਆਪਾਂ ਨੂੰ ਮਿਲਿਆ, ਇਹ ਸਰੀਰ ਵੀ ਗੁਰਮੁਖਾ ਤੇਰੀ ਘੁੰਮਣ ਘੇਰੀ ਹੈ, ਕਿਉਂਕਿ ਕਾਲ ਇਹਦੇ ਵਿੱਚ ਆਉਣਾ ਹੀ ਆਉਣਾ ਹੈ। ਮੌਤ ਸਰੀਰ ਦੇ ਵਿੱਚ ਆਉਣੀ ਆਉਣੀ। ਜਿੰਨਾ ਮਰਜ਼ੀ ਭੱਜ ਲਾ, ਜਿੰਨਾ ਮਰਜ਼ੀ ਤੂੰ ਆਪਣਾ ਬਚਾਅ ਕਰ ਲਾ, ਜਿੰਨਾ ਮਰਜ਼ੀ ਤੂੰ ਆਪਣੇ ਸਾਹ ਰੋਕ ਲਾ, ਜਿੰਨੇ ਮਰਜ਼ੀ ਪਦਾਰਥ ਘੱਟ ਖਾ ਕੇ ਕਸਰਤ ਕਰਕੇ ਵੇਖ ਲਾ, ਜੋ ਮਰਜ਼ੀ ਕਰਕੇ ਵੇਖ ਲਾ, ਇਹ ਸਰੀਰ ਤੇਰਾ ਘਰ ਹੈ, ਇਹ ਵੀ ਘੁੰਮਣ ਘੇਰੀ ਹੈ। ਘੁੰਮਣ ਘੇਰੀ ਕਾਲ ਦੀ ਆਉਣੀ ਹੈ, ਮੌਤ ਇਹਨੂੰ ਵੀ ਆਉਣੀ ਆਉਣੀ ਹੈ। ਮੌਤ ਤੋਂ ਤੇ ਸਰੀਰ ਵੀ ਬਚ ਨਹੀਂ ਸਕਦਾ ਹੈ। ਪਾਪ ਪੱਥਰ ਤਰਨ ਨ ਜਾਈ। ਹੁਣ ਗੁਰਮੁਖੋ ਦਰਿਆ ਪਾਰ ਕਰਨਾ ਹੋਵੇ ਤੇ ਬੜਾ ਔਖਾ ਹੈ, ਪਰ ਜੇ ਸਿਰ ਤੇ ਬੰਦਾ ਪੱਥਰ ਚੁੱਕ ਲਵੇ ਵੀ ਮੈਂ 2 ਕੁਆਂਟਲ ਪੱਥਰ ਵੀ ਸਿਰ ਤੇ ਚੁੱਕਣਾ ਹੈ ਤੇ ਫਿਰ ਮੈਂ ਪਾਰ ਲੱਗਣਾ, ਤੇ ਫਿਰ ਤੇ ਪਾਰ ਨਹੀਂ ਨਾ ਲੰਘਿਆ ਜਾਣਾ, ਫਿਰ ਤੇ ਡੁੱਬੇਗਾ ਹੀ ਨਾ। ਐਸੇ ਤਰ੍ਹਾਂ ਇਹ ਸੰਸਾਰ ਤੋਂ ਤਰਨਾ ਬੜਾ ਔਖਾ ਹੈ। ਪਰ ਜੇ ਆਪਾਂ ਪਾਪਾਂ ਦਾ ਪੱਥਰ ਵੀ ਚੁੱਕ ਲਈਏ, ਅੱਜ ਫਲਾਣੇ ਦੀ ਰੋਟੀ ਖੋਹ ਲਈ ਹੈ, ਅੱਜ ਫਲਾਣੇ ਦੀ ਚੁਗਲੀ ਕਰ ਦਿੱਤੀ ਹੈ, ਅੱਜ ਫਲਾਣੇ ਦਾ ਬੇੜਾ ਗਰਕੀ ਕਰ ਦਿੱਤਾ ਹੈ, ਨੌਕਰੀ ਕਰਦੇ ਨਾ ਆਫਿਸ ਦੇ ਵਿੱਚ ਇੱਕ ਦੂਜੇ ਨਾਲ ਐਵੇਂ ਹੀ ਈਰਖਾ, ਇੱਕ ਦੂਜੇ ਦੀ ਚੁਗਲੀ ਨਿੰਦਿਆ, ਹਰ ਵੇਲੇ ਦੂਜੇ ਦੇ ਰਾਹ ਵਿੱਚ ਸੱਪ ਬਿੱਛੂ ਛੱਡੀ ਜਾਣੇ ਵੀ ਦੁਖੀ ਰਵੇ, ਭਾਵੇਂ ਉਹ ਕੋਈ ਵੀ ਕੰਮ ਕਰਦਾ ਹੈ। ਕਈਆਂ ਦੀ ਆਦਤ ਹੁੰਦੀ ਉਹ ਘਰ ਦੇ ਵਿੱਚ ਹੀ ਇੱਕ ਦੂਜੇ ਦੀ ਚੁਗਲੀ ਲਾਈ ਜਾਣਗੇ, ਫਲਾਣਾ ਇਹ ਕਰ ਗਿਆ, ਢਿਮਕੜਾ ਇਹ ਕਰ ਗਿਆ। ਪਾਤਸ਼ਾਹ ਕਹਿਣ ਲੱਗੇ ਭਾਈ ਇਹ ਪਾਪ ਦਾ ਪੱਥਰ ਹੈ। ਹੁਣ ਤੇ ਬੜਾ ਸੌਖਾ ਕੰਮ ਹੈ, ਚੁਗਲੀ ਲਾਉਣੀ ਬੜੀ ਸੌਖੀ ਹੈ, ਨਿੰਦਿਆ ਕਰਨੀ ਬੜੀ ਸੌਖੀ ਹੈ, ਇੱਧਰ ਦੀ ਗੱਲ ਉੱਧਰ ਕਹਿ ਕੇ ਲੜਾਉਣਾ ਬੜਾ ਸੌਖਾ ਹੈ।
ਪਰ ਅਸਲ ਦੇ ਵਿੱਚ ਇਹ ਪੱਥਰ ਹੈ ਜਿਹੜਾ ਤੂੰ ਸਿਰ ਤੇ ਚੁੱਕਦਾ ਪਿਆ, ਮੁੜ ਕੇ ਸੰਸਾਰ ਤੋਂ ਤਰਿਆ ਨਹੀਂ ਜਾਣਾ, ਡੁੱਬ ਜਾਏਗਾ। ਸੰਗਤ ਵਿੱਚ ਭਾਵੇਂ ਸਾਨੂੰ ਬੈਠਿਆਂ ਨੂੰ 6 ਮਹੀਨੇ ਸਾਲ 10 ਸਾਲ ਹੋ ਗਏ ਕਥਾ ਸੁਣਦਿਆਂ, ਕੀਰਤਨ ਸੁਣਦਿਆਂ, ਪਾਠ ਸੁਣਦਿਆਂ, ਪਰ ਸੁਭਾਅ ਨਹੀਂ ਬਦਲਿਆ ਹੈ। ਸੁਭਾਅ ਉਹੀ ਨਿੰਦਿਆ ਵਾਲਾ, ਚੁਗਲੀ ਵਾਲਾ, ਦੂਜੇ ਦੀਆਂ ਲੱਤਾਂ ਖਿੱਚਣ ਵਾਲਾ, ਕਿਸੇ ਦੀ ਰੋਟੀ ਖੋਹਣ ਵਾਲਾ ਸੁਭਾਅ ਉਵੇਂ ਹੀ ਬਣਿਆ ਹੋਇਆ ਤੇ ਬਦਦੁਆਵਾਂ ਲੈਂਦਾ ਪਿਆ। ਉਹ ਬਦਦੁਆ ਖਾਲੀ ਥੋੜਾ ਜਾਵੇਗੀ, ਅੱਜ ਨਹੀਂ ਤੇ ਕੱਲ ਉਹਨੇ ਫਲ ਦੇਣਾ ਹੀ ਦੇਣਾ ਹੈ। ਤੇ ਫਿਰ ਜਦੋਂ ਉਹ ਬਦਦੁਆ ਫਲ ਦਿੰਦੀ ਹੈ ਨਾ, ਫਿਰ ਬੜਾ ਹੀ ਪਿੱਟਦਾ, ਹਾਏ ਮੇਰੇ ਨਾਲ ਇਹ ਕਿਉਂ ਹੋ ਗਿਆ, ਮੈਂ ਤੇ ਬੜਾ ਗੁਰੂ ਘਰੇ ਜਾਂਦਾ ਸੀ, ਮੈਂ ਤੇ ਸੰਗਤ ਵਿੱਚ ਵੀ ਬੈਠਦਾ, ਮੈਂ ਤੇ ਬੜੇ ਚੰਗੇ ਚੰਗੇ ਗੁਰੂ ਘਰੇ ਕੰਮ ਵੀ ਕਰਵਾਏ ਜਾਂ ਕੀਤੇ, ਪਰ ਇਹ ਭੁੱਲ ਗਿਆ ਵੀ ਮੈਂ ਕਈਆਂ ਦਾ ਬੇੜਾ ਗਰਕ ਵੀ ਕਰਕੇ ਆਇਆ ਆਪਣੇ ਕਰਮਾਂ ਦੇ ਮੁਤਾਬਕ, ਹੁਣ ਫਲ ਤੇ ਮਿਲੇਗਾ। ਰੋ ਵਿਚਾਰ ਇਹ ਹੈ, ਪਾਤਸ਼ਾਹ ਕਹਿਣ ਲੱਗੇ ਭਾਈ ਇਹ ਪਾਪ ਦਾ ਪੱਥਰ ਹੈ, ਸਿਰ ਤੇ ਚੁੱਕੇਗਾ, ਸੰਸਾਰ ਤੋਂ ਤਰਿਆ ਨਹੀਂ ਜਾਣਾ ਹੈ। ਓ ਬੇੜਾ ਜਿਉ ਚੜਾਓ। ਇਸ ਕਰਕੇ ਪਰਮੇਸ਼ਰ ਦਾ ਡਰ। ਮਾਤਾ ਜੀ ਨੇ ਪੁੱਛਿਆ, ਸਤਿਗੁਰਾਂ ਦੀ ਸੱਸ ਦਾ ਨਾਮ ਬੀਬੀ ਕਰਮੋ ਹੈ, ਉਸ ਵੇਲੇ ਪੁੱਛਦੀ ਪਈ, ਕਹਿਣ ਲੱਗੇ ਮਹਾਰਾਜ ਸਾਹਿਬ ਜੀ ਕਿਰਪਾ ਕਰੋ ਫਿਰ ਤਰਨਾ ਕਿਵੇਂ ਹੈ। ਤੇ ਮਹਾਰਾਜ ਸਾਹਿਬ ਜੀ ਉਸ ਵੇਲੇ ਕਹਿਣ ਲੱਗੇ ਚੰਦੋ ਰਾਣੀ ਨਾਮ ਹੈ ਮਹਾਰਾਜ ਜੀਆਂ ਦੀ ਸੱਸ ਦਾ। ਸਤਿਗੁਰੂ ਕਹਿਣ ਲੱਗੇ ਭਾਓ ਬੇੜਾ, ਰੱਬ ਦਾ ਡਰ ਰੱਖ, ਇਹ ਬੇੜੀ ਹੈ ਤਰਨ ਵਾਸਤੇ। ਹਮੇਸ਼ਾ ਰੱਬ ਦਾ ਡਰ ਰੱਖਣਾ, ਇਹ ਨਹੀਂ ਕਿ ਮੈਂ ਗੁਰਦੁਆਰੇ ਅੰਦਰ ਆ ਗਿਆ ਹੁਣ ਇੱਥੇ ਨਾ ਮਾੜਾ ਕਰਾਂ ਤੇ ਬਾਹਰ ਹੱਥ ਧੋ ਕੇ ਹੀ ਲੋਕਾਂ ਦੇ ਦੁਆਲੇ ਹੋ ਜਾਵੇਂ। ਨਹੀਂ, ਰੱਬ ਦਾ ਡਰ ਜੇ ਗੁਰੂ ਘਰੇ ਰੱਖਦਾ ਪਿਆ, ਮੰਦਰ ਵਿੱਚ ਰੱਖਦਾ ਪਿਆ, ਮਸੀਤ ਵਿੱਚ ਰੱਖਦਾ ਪਿਆ, ਇਹੋ ਹੀ ਰੱਬ ਦਾ ਡਰ ਬਾਹਰ ਵੀ ਰੱਖ ਕਿ ਬਾਹਰ ਵੀ ਰੱਬ ਮੈਨੂੰ ਵੇਖਦਾ ਹੈ। ਮਹਾਰਾਜ ਕਹਿਣ ਲੱਗੇ ਭਾਓ ਬੇੜਾ, ਡਰ ਰੱਖਣਾ ਪ੍ਰਮਾਤਮਾ ਦਾ ਰੱਖ, ਜਿਉ ਚੜਾਓ ਤੇ ਉਹਦੇ ਉੱਤੇ ਜੀਵ ਨੂੰ ਚੜਾ। ਰੱਬ ਦੇ ਡਰ ਰੂਪੀ ਬੇੜੇ ਤੇ ਬੰਦਿਆ ਆਪਣੇ ਆਪ ਨੂੰ ਚੜ੍ਹ ਲੈਣਾ ਕਰ। ਕਹੋ ਨਾਨਕ ਦੇਵੈ ਕਾਹੂ। ਤੇ ਮਹਾਰਾਜ ਕਹਿਣ ਲੱਗੇ ਭਾਈ ਇਹ ਬੇੜਾ ਨਾ ਰੱਬ ਕਿਸੇ ਕਿਸੇ ਨੂੰ ਦਿੰਦਾ ਹੈ, ਸਾਰਿਆਂ ਨੂੰ ਨਹੀਂ ਹੈ। ਕਈ ਤੇ ਲੋਕ ਉਹ ਨੇ ਜਿਹੜੇ ਗੁਰੂ ਘਰੇ ਵੀ ਨਹੀਂ ਡਰਦੇ, ਆ ਕੇ ਇੱਥੇ ਵੀ ਲੋਕੀ ਟੂਣਾ ਟਾਮਣ ਕਰ ਹੀ ਜਾਂਦੇ। ਤੁਸੀਂ ਵੇਖਿਓ, ਕੋਈ 2 ਕੁ ਆਲੂ ਚੱਕੀ ਲਿਆਉਂਦਾ, ਕੋਈ ਮੁੱਠ ਕੁ ਦਾਲ ਪੀਲੇ ਰੰਗ ਦੀ ਕਿਸੇ ਪਾਂਧੇ ਨੇ ਕਹਿ ਦਿੱਤਾ, ਜੋਤਸ਼ੀ ਨੇ ਵੀ ਆ ਥੋੜੀ ਜੀ ਦਾਲ ਪੀਲੀ ਚੜਾ ਦੇ, ਚਿੱਟਾ ਆਟਾ ਥੋੜਾ ਜਿਹਾ ਕੋਈ ਲੈ ਕੇ ਆ ਗਿਆ, ਕੋਈ ਹਰੀ ਸਬਜ਼ੀ ਚੱਕੀ ਲਿਆਉਂਦਾ, ਕੋਈ ਕਾਲੀ ਦਾਲ ਚੱਕੀ ਲਿਆਉਂਦਾ। ਉਹ ਜਿਵੇਂ ਕਿਸੇ ਪਾਂਧੇ ਨੇ ਦੱਸਿਆ ਨਾ ਜੋਤਸ਼ੀ ਨੇ ਵੀ ਤੇਰੇ ਤੇ ਆ ਬਿਪਤਾ ਆਉਣ ਵਾਲੀ ਹੈ ਤੇ ਜਾ ਢਾਲਾ ਕਰ ਦੇ। ਉਹ ਢਾਲਾ ਕਰਨ ਵਾਲੇ ਨੇ ਇਹ ਵੀ ਨਹੀਂ ਸੋਚਿਆ ਵੀ ਮੈਂ ਗੁਰੂ ਘਰ ਜਾ ਕੇ ਕਿਹੋ ਜਿਹਾ ਟੂਣਾ ਕਰਕੇ ਤੇ ਸੰਗਤ ਦੇ ਨੁਕਸਾਨ ਵਾਸਤੇ ਤੁਰਿਆ, ਦੂਜਿਆਂ ਦਾ ਬੇੜਾ ਗਰ ਕਰਨ ਵਾਸਤੇ ਆਪਣਾ ਭਲਾ ਸੋਚਦਾ, ਕਿਵੇਂ ਹੋਵੇਗਾ? ਕਦੇ ਨਹੀਂ ਹੋ ਸਕਦਾ ਹੈ। ਨਿਸ਼ਾਨ ਸਾਹਿਬ ਦੇ ਕੋਲ ਜਾ ਕੇ ਲੋਕ ਧਾਗੇ ਰੱਖ ਜਾਂਦੇ, ਕੋਈ ਉੱਥੇ ਲਾਲ ਸੰਧੂਰ ਪਾ ਜਾਂਦਾ, ਕੋਈ ਉੱਥੇ ਲਿਆ ਕੇ ਹੋਰ ਕੁਝ ਰੱਖ ਜਾਂਦਾ ਹੈ ਵੀ ਸਾਡੀਆਂ ਬਿਪਤਾ ਟਲ ਜਾਣ ਤੇ ਟੂਣੇ ਟਾਮਣ ਸਾਰੇ ਗੁਰਦੁਆਰੇ ਚਲੇ ਜਾਣ। ਤੇ ਉਹ ਫਿਰ ਬੰਦਾ ਇਹ ਸੋਚੇ ਵੀ ਹੁਣ ਮੈਂ ਬੜਾ ਸੁਖੀ ਹੋ ਜਾਵਾਂਗਾ, ਮੇਰੀਆਂ ਸਾਰੀਆਂ ਬਿਪਤਾ ਲੈ ਜਾਣਗੀਆਂ। ਕਦੇ ਨਹੀਂ ਲੈਣਗੀਆਂ, ਸਗੋਂ ਇੱਕ ਭੋਏ ਲੱਥੀ ਨਾਤਿਆਂ, ਦੋਏ ਭਾ ਚੜੀਐਸ ਹੋਰ। ਇੱਕ ਪਾਪ ਦੁੱਖ ਲਾਉਣ ਵਾਸਤੇ ਆਇਆ, ਪੰਡਾਂ ਪਾਪਾਂ ਦੀਆਂ ਬੰਨ੍ਹ ਕੇ ਨਾਲ ਲੈ ਗਿਆ। ਐਸੀ ਹਾਲਤ ਬਣ ਗਈ ਹੈ। ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ, ਕਹੋ ਨਾਨਕ ਦੇਵੈ ਕਾਹੂ। ਰੱਬ ਦਾ ਡਰ ਸਾਰਿਆਂ ਦੇ ਮਨ ਵਿੱਚ ਨਹੀਂ। ਰੱਬ ਦੇ ਘਰ ਵਿੱਚ ਆ ਕੇ ਵੀ ਲੋਕ ਇਹੋ ਜਿਹਾ ਕੰਮ ਕਰਦੇ, ਟੂਣੇ ਟਾਮਣ ਵੀ ਕਰਦੇ, ਆਪਣੇ ਢਾਲੇ ਵੀ ਲਿਆ ਕੇ ਇੱਥੇ ਸੁੱਟ ਦਿੰਦੇ, ਔਰ ਇੱਥੇ ਆ ਕੇ ਵੀ ਕਦੇ ਨਿੰਦਿਆ ਕਦੇ ਚੁਗਲੀ। 5 ਮਿੰਟ ਕਥਾ ਬੰਦ ਕਰ ਦਈਏ, ਕੀਰਤਨ ਬੰਦ ਹੋ ਜਾਵੇ, ਉਸੇ ਵੇਲੇ ਗੱਲਾਂ ਸ਼ੁਰੂ ਹੋ ਜਾਣਗੀਆਂ ਸੰਗਤ ਵਿੱਚ, ਇੱਧਰ ਉੱਧਰ ਦੀਆਂ ਗੱਲਾਂ। ਮਹਾਰਾਜ ਕਹਿਣ ਲੱਗੇ ਭਾਈ ਇਹ ਰੱਬ ਦਾ ਡਰ ਸਾਰਿਆਂ ਨੂੰ ਨਹੀਂ ਪੈਂਦਾ ਹੈ, ਕੋਈ ਵਿਰਲਾ ਹੀ ਹੈ ਜਿਹਦੇ ਉੱਪਰ ਬਖਸ਼ਿਸ਼ ਹੋਵੇ। ਰੱਬ ਤੋਂ ਡਰਦਾ ਵੀ ਉਹ ਹੈ, ਨਹੀਂ ਤੇ ਰੱਬ ਤੋਂ ਵੀ ਕੋਈ ਨਹੀਂ ਡਰਦਾ। ਆਂਦੇ ਕਿਹੜਾ ਰੱਬ ਵੇਖ ਲਵਾਂਗੇ, ਹੁਣ ਜੋ ਹੁੰਦਾ ਤਗੜੇ ਹੋ ਕੇ ਕਰੀਏ। ਐਸੀ ਹਾਲਤ ਬਣ ਜਾਂਦੀ ਹੈ। ਮਹਾਰਾਜ ਸਾਹਿਬ ਜੀਆਂ ਦੇ ਸਹੁਰਾ ਸਾਹਿਬ ਮੂਲ ਚੰਦ ਉਹਨਾਂ ਦਾ ਨਾਮ ਹੈ। ਮਹਾਰਾਜ ਜੀਆਂ ਦੀ ਸੱਸ ਚੰਦੋ ਰਾਣੀ ਇਹ ਉਲਾਂਭਾ ਲੈ ਕੇ ਆਏ ਸਨ ਵੀ ਮਹਾਰਾਜ ਇਹੋ ਜਿਹਾ ਕੰਮ ਨਾ ਕਰੋ, ਆਪ ਦੁਕਾਨਦਾਰੀ ਕਰੋ, ਪਰਿਵਾਰ ਨੂੰ ਪਾਲੋ। ਫਿਰ ਇਹ ਸ਼ਬਦ ਉਚਾਰਿਆ ਆਪਣੇ ਸਹੁਰਾ ਸਾਹਿਬ ਤੇ ਸੱਸ ਨੂੰ ਮਹਾਰਾਜ ਸਾਹਿਬ ਜੀਆਂ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ, ਨਾਲ ਸਾਨੂੰ ਵੀ ਉਪਦੇਸ਼ ਦੇ ਕੇ ਨਿਹਾਲ ਕੀਤਾ। ਗੁਰੂ ਕਿਰਪਾ ਕਰੇ, ਉਪਦੇਸ਼ ਹਿਰਦੇ ਵਸੇ, ਸਾਡਾ ਭਲਾ ਹੋਵੇ। ਦਿਓ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਓ ਬੇੜਾ ਜਿਉ ਚੜਾਓ, ਕਹੋ ਨਾਨਕ ਦੇਵੈ ਕਾਹੂ। ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।